ਧੰਨ ਵਾਹਿਗੁਰੂ ਸਾਹਿਬ ਜੀਓ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ। ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸਹਿ ਮੇਰਹੀਆ ਰਾਏ। ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛਾਡੈ ਖੇਤ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਆਪ ਜੀਆਂ ਨੇ ਸਰਵਣ ਕੀਤੇ ਹਨ। ਅੱਜ ਅਸੀਂ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ, ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਪਿੰਡ ਬੁੱਟਰਾਂ ਦੀ ਸਮੂਹ ਸਾਧ ਸੰਗਤ ਅਤੇ ਇਲਾਕਾ ਨਿਵਾਸੀਆਂ ਨੇ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਪਰਸਨਾ ਕੀਤੇ ਹਨ। ਸੋ ਅੱਜ ਕੇਵਲ ਤੇ ਕੇਵਲ ਆਪਾਂ ਇਤਿਹਾਸ ਦੀ ਵਿਚਾਰ ਕਰਨੀ ਹੈ। ਲੜੀਵਾਰ ਜੋ ਕਥਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕਾਂ ਦੀ ਚੱਲ ਰਹੀ ਹੈ, ਉਸ ਦੀ ਵਿਚਾਰ ਅੱਜ ਨਹੀਂ ਕਰਨੀ, ਕਿਉਂਕਿ ਮੈਂ ਬਾਬਾ ਜੀ ਦੇ ਜੀਵਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਪੂਰਾ ਵਿਸਥਾਰ ਸਹਿਤ ਤੁਹਾਡੇ ਨਾਲ ਵਿਚਾਰ ਕਰਨੀ। ਇਸ ਕਰਕੇ ਫਿਰ ਜੇ ਆਪਾਂ ਸ਼ਬਦ ਵਿਚਾਰ ਨਾਲ ਲੈ ਲਈਏ ਤੇ ਸਮਾਂ ਥੋੜਾ ਰਹਿ ਜਾਂਦਾ ਹੈ। ਇਸ ਕਰਕੇ ਆਓ ਕੇਵਲ ਤੇ ਅੱਜ ਅਸੀਂ ਸਾਰੇ ਦਾ ਸਾਰਾ ਸਾਡਾ ਜਿਹੜਾ ਕੇਂਦਰੀ ਧੁਰਾ ਰਹਿਣਾ ਹੈ ਉਹ ਇਤਿਹਾਸ ਉੱਤੇ ਹੀ ਰਹਿਣਾ ਹੈ ਤੇ ਬਾਬਾ ਤਾਰਾ ਸਿੰਘ ਜੀ ਵਾਂ ਉਹਨਾਂ ਦੇ ਹੀ ਸ਼ਹਾਦਤ ਨੂੰ ਆਪਾਂ ਅੱਜ ਵਿਚਾਰਾਂਗੇ। ਕਰੋ ਕਿਰਪਾ ਸਾਰੇ ਮਾਈ ਭਾਈ, ਅਸੀਸ ਬਖਸ਼ੋ ਤੇ ਪਿਆਰ ਸਹਿਤ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਮਹਾਰਾਜ ਕਹਿੰਦੇ ਇਹ ਜਿਹੜਾ ਰਸਤਾ ਹੈ ਨਾ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਸਿਰ ਤਲੀ ਤੇ ਰੱਖ ਕੇ ਆਉਣਾ ਪੈਂਦਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ। ਇਸ ਮਾਰਗ ਉੱਤੇ ਜੇ ਇੱਕ ਵਾਰ ਪੈਰ ਰੱਖ ਲਿਆ ਜਾਏ ਨਾ, ਫਿਰ ਸਿਰ ਦੀਜੈ ਕਾਣ ਨਾ ਕੀਜੇ। ਮੁੜ ਕੇ ਪਛਤਾਉਣਾ ਨਹੀਂ ਹੈ ਵੀ ਕਿਉਂ ਸਿਰ ਦੇ ਦਿੱਤਾ ਹੈ। ਮਹਾਰਾਜ ਕਹਿੰਦੇ ਚਾਅ ਨਾਲ ਚੱਲ ਕੇ ਆਉਣਾ ਹੈ ਤੇ ਚਾਅ ਦੇ ਨਾਲ ਹੀ ਸਿਰ ਭੇਟ ਕਰਨਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੈਨੂੰ ਖੇਡ ਖੇਡਣ ਦਾ ਚਾਅ ਹੈ ਨਾ, ਕਬੀਰ ਜੋ ਤੈ ਸਾਧ ਪਿਰਮ ਕੀ ਪਾਕੈ ਸੇਤੀ ਖੇਡ। ਕਹਿੰਦੇ ਜੇ ਖੇਡ ਖੇਡਣ ਦਾ ਤੈਨੂੰ ਚਾਅ ਤੇ ਪੱਕੀ ਖੇਡ ਖੇਡ। ਇਹਦਾ ਮਤਲਬ ਪੱਕੇ ਸਤਿਗੁਰੂ ਸਮਰੱਥ ਗੁਰੂ ਦੇ ਰਾਹ ਨਾਲ ਤੂੰ ਪਿਆਰ ਕਰ। ਜੇ ਉਸ ਸਮਰੱਥ ਨਾਲ ਪਿਆਰ ਕਰੇਗਾ ਤਾਂ ਤੇ ਬਖਸ਼ਿਸ਼ ਵਰਤ ਜਾਏਗੀ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਉਹਦੇ ਨਾਲ ਪ੍ਰੇਮ ਹੈ, ਪਿਆਰ ਹੈ, ਫਿਰ ਆਪਣਾ ਸਿਰ ਜਿਵੇਂ ਗੇਂਦ ਦੀ ਤਰ੍ਹਾਂ ਹੁੰਦਾ ਇਹਨੂੰ ਬਣਾ ਦੇ, ਤਾਂ ਕਿ ਜਿਵੇਂ ਗੇਂਦ ਦੇ ਨਾਲ ਖੇਡਿਆ ਜਾਂਦਾ ਇਸ ਤਰ੍ਹਾਂ ਤੇਰਾ ਸਿਰ ਬਣ ਜਾਏ। ਭਾਵ ਜੋ ਮਰਜ਼ੀ ਹੋ ਜਾਏ ਤੂੰ ਆਪਣੇ ਗੁਰੂ ਤੋਂ ਮੁਖ ਨਾ ਮੋੜੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਮੇਰੇ ਸਾਹਿਬ ਨੇ ਕਿਹਾ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਣੂ। ਮਹਾਰਾਜ ਕਹਿੰਦੇ ਉਹ ਪ੍ਰਵਾਨ ਚੜ ਜਾਂਦੇ ਸੂਰਮੇ ਜਿਹੜੇ ਦੇਸ਼ ਕੌਮ ਧਰਮ ਦੇ ਲਈ ਆਪਾ ਵਾਰ ਜਾਂਦੇ ਹਨ। ਤਾਂ ਮੈਂ ਸ਼ੁਰੂ 'ਚ ਕਿਹਾ ਸੀ ਥੋੜਾ ਜਿਹਾ ਗੁਰੂ ਕੀ ਬਾਣੀ ਵਿੱਚੋਂ ਪਹਿਲਾਂ ਇਸ ਨੂੰ ਆਧਾਰ ਬਣਾ ਕੇ ਫਿਰ ਵਿਚਾਰ ਕਰਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜਾ ਕੋ ਹਰ ਰੰਗ ਲਾਗੋ ਇਸ ਜੋਗ ਮਹਿ, ਸੋ ਕਹੀਅਤ ਹੈ ਸੂਰਾ।
ਆਤਮ ਜਣੈ ਸਗਲ ਵਸ ਤਾ ਕੈ ਜਾ ਕਾ ਸਤਿਗੁਰ ਪੂਰਾ। ਮਹਾਰਾਜ ਕਹਿੰਦੇ ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ, ਅਸਲ ਵਿੱਚ ਉਹ ਸੂਰਮਾ ਹੈ, ਯੋਧਾ ਹੈ, ਮਹਾਨ ਹੈ। ਆਓ ਅਸੀਂ ਹੁਣ ਇਤਿਹਾਸ ਦੀ ਆਰੰਭਤਾ ਕਰਦੇ ਹਾਂ। ਗੱਲ ਇੱਥੋਂ ਸ਼ੁਰੂ ਕਰੀਏ ਕਿ ਅਸਲ ਵਿੱਚ ਇਹ ਜਿਹੜਾ ਬਾਬਾ ਤਾਰਾ ਸਿੰਘ ਜੀ ਵਾਹ ਹੈ, ਇਹਨਾਂ ਦੇ ਵੱਡ ਵਡੇਰਿਆਂ ਤੋਂ ਗੱਲ ਸ਼ੁਰੂ ਕਰਾਂਗੇ ਤਾਂ ਕਿ ਪਤਾ ਲੱਗ ਜਾਏ ਇਹਨਾਂ ਦੇ ਵੱਡ ਵਡੇਰੇ ਕੌਣ ਸਨ ਤੇ ਵਾਹ ਪਿੰਡ ਵਿੱਚ ਇਹਨਾਂ ਦੀ ਆ ਕੇ ਵਸੋਂ ਕਦੋਂ ਹੁੰਦੀ ਹੈ। ਸਾਧ ਸੰਗਤ, ਜਦੋਂ ਵਡੇਰਿਆਂ ਦੀ ਅਸੀਂ ਗੱਲ ਕਰਦੇ ਹਾਂ ਤੇ ਇਹ ਗੱਲ ਜਾ ਕੇ ਜੁੜ ਜਾਂਦੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ। ਗੁਰੂ ਅੰਗਦ ਦੇਵ ਜੀ ਦੇ ਨਾਲ ਇਸ ਕਰਕੇ ਜੁੜ ਜਾਂਦੀ ਹੈ ਕਿਉਂਕਿ ਇਹ ਜਿਹੜਾ ਈਚੋਗਿਲ ਪਿੰਡ ਹੈ ਨਾ, ਜਿੱਥੇ ਬੁੱਟਰਾਂ ਗੋਤ ਦੇ ਜ਼ਿਮੀਂਦਾਰ ਕਿਸਾਨ ਵਸਦੇ ਹੈ, ਈਚੋਗਿਲ ਪਿੰਡ ਅੱਜ ਕੱਲ੍ਹ ਉਹ ਪਾਕਿਸਤਾਨ ਵਿੱਚ ਹੈ। ਉਸ ਪਿੰਡ ਦੇ ਵਿੱਚ ਜਿਹੜੇ ਲੋਕ ਵਸਦੇ ਸਨ, ਇਹ ਬੁੱਟਰ ਗੋਤ ਜਿਹੜੀ ਹੈ, ਇਹ ਜ਼ਿਮੀਂਦਾਰ ਕਿਸਾਨ ਨੇ ਜਿਹੜੇ, ਸਾਧ ਸੰਗਤ ਜੀ, ਇਹ ਨਿਗਾਹੇ ਵਾਲੇ ਪੀਰ ਨੂੰ ਪਹਿਲਾਂ ਮੰਨਦੇ ਸਨ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਪ੍ਰਾਪਤ ਕਰਕੇ ਜਦੋਂ ਦੂਸਰੇ ਪਾਤਸ਼ਾਹ ਗੁਰੂ ਬਣੇ, ਉਹਨਾਂ ਫਿਰ ਜਦੋਂ ਇਸ ਇਲਾਕੇ ਵਿੱਚ ਪ੍ਰਚਾਰ ਕੀਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਇਹ ਜਿਹੜੇ ਲੋਕ ਨਿਗਾਹੇ ਵਾਲੇ ਪੀਰ ਨੂੰ ਮੰਨਦੇ ਸੀ, ਇਹ ਸਤਿਗੁਰੂ ਗੁਰੂ ਨਾਨਕ ਦੇ ਘਰ ਨਾਲ ਜੁੜ ਗਏ, ਇਹਨਾਂ ਸਿੱਖੀ ਦੀ ਦਾਤ ਪ੍ਰਾਪਤ ਕਰ ਲਈ। ਹੁਣ ਇਹ ਜਿਹੜੇ ਲੋਕ ਨੇ, ਵਾਹ ਪਿੰਡ ਵਿੱਚ ਆ ਕੇ ਵਸੇਬਾ ਕਿੱਦਾਂ ਹੁੰਦਾ ਹੈ। ਜਿਹੜੇ ਇਹ ਈਚੋਗਿਲ ਦੇ ਲੋਕ ਸਨ, ਜ਼ਿਮੀਂਦਾਰ ਕਿਸਾਨ ਸੀ, ਇਹ ਮੱਝਾਂ ਚਾਰਨ ਵਾਸਤੇ, ਮਾਲ ਚਾਰਨ ਵਾਸਤੇ ਆਉਂਦੇ ਸੀ। ਮੈਂ ਪਸ਼ੂ ਸ਼ਬਦ ਵਰਤ ਲਵਾਂ, ਕਈ ਵਾਰ ਮਾਲ ਸ਼ਬਦ ਹੋ ਸਕਦਾ ਕਿਸੇ ਨੂੰ ਨਾ ਸਮਝ ਆਏ। ਚਲੋ ਜਿਹੜੇ ਪੁਰਾਣੇ ਤਾਂ ਸਾਰੇ ਸਮਝਦੇ ਆ, ਨਵਿਆਂ ਨੂੰ ਇਹ ਗੱਲ ਕਈ ਵਾਰ ਨਹੀਂ ਸਮਝ ਲੱਗਣੀ, ਇਸ ਕਰਕੇ ਪਸ਼ੂ ਚਾਰਨ ਤੋਂ ਆਪਾਂ ਗੱਲ ਕਰਦੇ ਆ ਵੀ ਪਸ਼ੂ ਚਾਰਨ ਵਾਸਤੇ ਆਉਂਦੇ ਸਨ। ਇਹ ਆਉਂਦੇ ਸੀ ਅਲਗੋਂ ਥੇ। ਇਹ ਜਿਹੜਾ ਇਲਾਕਾ ਸੀ ਨਾ, ਚਰਾਂਦ ਬਹੁਤ ਵਧੀਆ ਸੀ, ਇੱਥੇ ਆ ਕੇ ਮੱਝਾਂ ਚਾਰਨ ਵਾਸਤੇ ਆਉਂਦੇ ਸਨ। ਕਹਿੰਦੇ ਇੱਕ ਵਾਰ ਇਹ ਜਦੋਂ ਚਾਰਦੇ ਡੱਲ ਵਾਂ ਜਿਹੜਾ ਪਿੰਡ ਹੈ, ਅਸਲ 'ਚ ਹੈ ਥੋੜਾ ਜਿਹਾ ਵਿੱਤ ਤੇ ਹੈ, ਪਰ ਉਹਨਾਂ ਨੂੰ ਇਕੱਠਾ ਬੋਲਿਆ ਜਾਂਦਾ ਡੱਲ ਤੇ ਵਾਂ। ਇਹਨਾਂ ਨੇ ਇੱਥੋਂ ਦੀ ਚਰਾਂਦ ਦੇ ਵਿੱਚੋਂ ਜਦੋਂ ਪਸ਼ੂ ਚਾਰਨ ਵਾਸਤੇ ਆਏ ਤੇ ਇਹ ਜਿਹੜਾ ਵਾਂ ਪਿੰਡ ਬਹੁਤ ਪੁਰਾਣਾ ਹੈ। ਇਹਦੇ ਕਈ ਵਾਰ ਇੱਥੇ ਤੇਲੀਆਂ ਦੀ ਵਸੋਂ ਵੀ ਰਹੀ ਸ਼ਾਹਜਹਾਨ ਦੇ ਟਾਈਮ ਤੇ। ਮੁੜ ਕੇ ਬੰਬੇ ਖੱਤਰੀ ਇਸ ਨਗਰ ਵਿੱਚ ਆ ਕੇ ਵਸ ਗਏ। ਉਹਨਾਂ ਤੋਂ ਬਾਅਦ ਫਿਰ ਬੁੱਟਰ ਗੋਤ ਦੇ ਲੋਕ ਪੱਕੇ ਆ ਕੇ ਜਦੋਂ ਵਸਦੇ ਆ, ਉਹ ਜ਼ਿਕਰ ਕਰਨ ਲੱਗਾ। ਸਾਧ ਸੰਗਤ ਜੀ, ਜਦੋਂ ਇੱਥੋਂ ਪਸ਼ੂ ਚਾਰ ਕੇ ਇਹ ਜਾਣ ਲੱਗੇ ਵਾਹ ਪਿੰਡ ਜਿਹੜੀ ਉਹਦੀ ਜੂਹ ਦੇ ਵਿੱਚ, ਜਦੋਂ ਇਹਨਾਂ ਨੇ ਆਪਣੇ ਮਾਲ ਡੰਗਰ ਪਸ਼ੂ ਆੜੇ, ਇੱਥੋਂ ਦੇ ਜਿਹੜੇ ਖੱਤਰੀ ਸੀ, ਬਾਹਮੇ ਖੱਤਰੀ, ਉਹਨਾਂ ਨੇ ਗੁੱਸਾ ਮਨਾਇਆ ਇਸ ਗੱਲ ਦਾ। ਗੱਲ ਹੱਥੋਂ ਪਾਈ ਤੇ ਆਉਣ ਲੱਗੀ ਪਰ ਆਈ ਨਾ। ਇੰਨਾ ਹੋ ਗਿਆ ਕਿ ਉਹਨਾਂ ਰੋਕ ਦਿੱਤਾ ਇਹਨਾਂ ਨੂੰ ਵੀ ਅੱਜ ਤੋਂ ਬਾਅਦ ਤੁਸੀਂ ਇੱਥੇ ਆਉਣਾ ਨਹੀਂ। ਜਦੋਂ ਇਹ ਵਾਪਸ ਜਾਂਦੇ ਨੇ ਈਚੋਗਿਲ, ਉੱਥੇ ਜਾ ਕੇ ਦੱਸਦੇ ਨੇ ਵੀ ਚਰਾਨ ਤੇ ਬਹੁਤ ਵਧੀਆ ਹੈ, ਪਸ਼ੂ ਉੱਥੇ ਚਰਦੇ ਨੇ, ਦੁੱਧ ਵੀ ਉਹਦੇ ਨਾਲ ਫਰਕ ਪੈਂਦਾ ਹੈ, ਪਰ ਕਹਿੰਦੇ ਉੱਥੇ ਤੇ ਬਾਂਬੇ ਖੱਤਰੀ ਸਾਨੂੰ ਰੋਕਦੇ ਆ। ਇਹ ਗੱਲ ਜਦੋਂ ਪਤਾ ਲੱਗੀ ਇਸ ਬੁੱਟਰ ਗੋਤ ਦੇ ਜ਼ਿਮੀਂਦਾਰਾਂ ਨੂੰ, ਉਹਨਾਂ ਨੇ ਕਿਹਾ ਅਗਲੀ ਵਾਰ ਅਸੀਂ ਚੱਲਾਂਗੇ, ਕਿਉਂਕਿ ਮਾਲ ਖੋਰੇ ਸਨ। ਉਹਨਾਂ ਕਿਹਾ ਅਗਲੀ ਵਾਰ ਚੱਲਾਂਗੇ। ਅਗਲੇ ਸਾਲ ਜਦੋਂ ਆਉਂਦੇ ਨੇ ਤੇ ਇਹਨਾਂ ਨੇ ਨਾਲ ਆਪਣੇ ਡਾਂਗਾ ਸੋਟੇ ਵੀ ਲੈ ਕੇ ਆਏ ਨੇ, ਉੱਥੋਂ ਤਿਆਰੀ ਪੂਰੀ ਕਰਕੇ ਵੀ ਜੇ ਕਿਤੇ ਗੱਲ ਹੱਥੋਂ ਪਾਈ ਆਈ ਤੇ ਫਿਰ ਵੇਖ ਲਵਾਂਗੇ, ਵੈਸੇ ਤਾਂ ਕੁਝ ਕਹਿਣਾ ਨਹੀਂ, ਪਰ ਜੇ ਕਿਤੇ ਗੱਲ ਇਸ ਤਰ੍ਹਾਂ ਦੀ ਆਣ ਬਣੀ ਤੇ ਫਿਰ ਪਿੱਛੇ ਨਹੀਂ ਹਟਾਂਗੇ। ਇਹਨਾਂ ਨੇ ਆ ਕੇ ਉੱਤੇ ਪਸ਼ੂ ਚਾਰਨੇ ਸ਼ੁਰੂ ਕਰ ਦਿੱਤੇ। ਜਦੋਂ ਚਾਰਦੇ ਪਏ ਸਨ ਤਾਂ ਇਹਨਾਂ ਨੇ ਕਿਹਾ ਵੀ ਚਰਾਂਦ ਵਾਕਿਆ ਹੀ ਬਹੁਤ ਵਧੀਆ ਹੈ। ਇਹਨਾਂ ਨੇ ਛੰਨਾ ਪਾ ਲੀਆਂ, ਕੁੱਲੀਆਂ ਪਾ ਲੀਆਂ, ਉੱਥੇ ਢਾਰੇ ਪਾ ਲਏ, ਵਸੇਬਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਪੱਕੇ ਤੌਰ ਤੇ ਵਸਣ ਲੱਗੇ, ਜਿਹੜੇ ਬਾਂਬੇ ਖੱਤਰੀ ਸੀ ਉਹਨਾਂ ਨੇ ਗੁੱਸਾ ਮਨਾਇਆ ਇਸ ਗੱਲ ਦਾ, ਪਰ ਉਹਨਾਂ ਨੇ ਵੇਖਿਆ ਇਹਨਾਂ ਦੇ ਅੱਗੇ ਠਹਿਰ ਨਾ ਸਕੇ। ਉਹਨਾਂ ਨੇ ਵੇਖਿਆ ਵੀ ਇਹ ਤਾਂ ਪੱਕੇ ਤੌਰ ਤੇ ਵਸ ਚੱਲੇ ਨੇ। ਉਹ ਕਹਿੰਦੇ ਵੀ ਭਰਾਓ, ਅਸੀਂ ਵੀ ਤੁਹਾਡੇ ਛੋਟੇ ਭਰਾ ਹਾਂ ਤੇ ਸਾਡਾ ਵੀ ਕੋਈ ਸੋਚੋ। ਇਹਨਾਂ ਨੇ ਫਿਰ ਉੱਥੋਂ ਜ਼ਮੀਨ ਥੋੜੀ ਜਿਹੀ ਦੂਰ ਦੇ ਦਿੱਤੀ, ਕਿਹਾ ਵੀ ਤੁਸੀਂ ਉਸ ਤੇ ਜਾ ਕੇ ਰਹਿ ਸਕਦੇ ਹੋ। ਉਹਨਾਂ ਨੇ ਪਿੰਡ ਵਸਾ ਲਿਆ। ਉਸ ਪਿੰਡ ਦਾ ਨਾਂ ਹੈ ਚੱਕ ਬਾਂਬਾ। ਅੱਜ ਵੀ ਇਹ ਆਪਣੇ ਇੱਧਰ ਦੇ ਹਿੰਦੁਸਤਾਨ ਦੇ ਇੱਧਰ ਪੰਜਾਬ ਦੇ ਵਿੱਚ ਹੀ ਪੈਂਦਾ। ਇਹ ਪਾਕਿਸਤਾਨ 'ਚ ਨਹੀਂ ਗਿਆ, ਪਰ ਈਚੋਗਿਲ ਉੱਧਰ ਰਹਿ ਗਿਆ ਜਦੋਂ ਵੰਡ ਹੋਈ ਹੈ। ਚੱਕ ਬਾਂਬਾ ਪਿੰਡ ਬਿਲਕੁਲ ਬਾਰਡਰ ਦੇ ਕੰਢੇ ਤੇ ਹੈ। ਬਾਂਬੇ ਨੂੰ ਖੱਤਰੀ ਸ਼ਹਿਰ ਕਰਕੇ ਉਹਨਾਂ ਨੇ ਆਪਣਾ ਉਹ ਪਿੰਡ ਵਸਾ ਲਿਆ, ਨਗਰ ਵਸਾ ਲਿਆ। ਤੇ ਜਿਹੜਾ ਵਾਹ ਪਿੰਡ ਸੀ ਇੱਥੇ ਪੱਕੇ ਤੌਰ ਤੇ ਜਿਹੜੇ ਈਚੋਗਿਲ ਤੋਂ ਆਏ ਬੁੱਟਰ ਗੋਤ ਦੇ ਜ਼ਿਮੀਂਦਾਰ ਸੀ, ਪੱਕੇ ਤੌਰ ਤੇ ਵਸ ਗਏ। ਇੱਥੇ ਇਸ ਵਾਹ ਪਿੰਡ ਦੀਆਂ 3 ਪੱਤੀਆਂ ਨੇ, ਤੋਲੋ ਦੀ ਪੱਤਰੀ, ਰੂਪੋ ਦੀ ਪੱਤਰੀ ਤੇ ਸੈਦੋ ਦੀ ਪੱਤੀ। ਪੱਤੀ ਦਾ ਭਾਵ ਹੁੰਦਾ ਜਿਵੇਂ ਆਪਾਂ ਸਾਰੇ ਪਿੰਡਾਂ ਦੇ ਲੋਕ ਸਮਝਦੇ ਹਨ। ਕਈਆਂ ਪਿੰਡਾਂ 'ਚ ਜਿਵੇਂ ਬਹੁਤ ਵੱਡਾ ਪਿੰਡ ਹੋਵੇ, ਕਹਿੰਦੇ 12 ਪੱਤੀਆਂ, 24 ਪੱਤੀਆਂ, 10 ਪੱਤੀਆਂ। ਉਹ ਲੋਕਾਂ ਦੇ ਇਸ ਤਰ੍ਹਾਂ ਪਿੰਡਾਂ ਦੇ ਨਾਂ ਜਿਹੜੇ ਬਣ ਜਾਂਦੇ ਆ। ਇਹ ਜਿਹੜੇ ਜ਼ਿਮੀਂਦਾਰ ਸੀ, ਇਹਨਾਂ ਦੇ ਮੈਂ ਬੇਨਤੀ ਕਰਨ ਲੱਗਾ, ਜਿਹੜੀ ਤੋਲੋ ਦੀ ਪੱਤੀ ਹੈ, ਉਸ ਪੱਤੀ ਦੇ ਵਿੱਚ ਇੱਕ ਚੱਗਾ ਨਾਮ ਦਾ ਸਿੱਖ ਹੋਇਆ। ਹੁਣ ਮੈਂ ਗੱਲ ਬਾਬਾ ਤਾਰਾ ਸਿੰਘ ਦੇ ਇਤਿਹਾਸ ਦੀ ਸ਼ੁਰੂ ਕਰਨ ਲੱਗਾ। ਇਹ ਚੱਗਾ ਨਾਮ ਦਾ ਸਿੱਖ ਹੋਇਆ, ਜ਼ਿਮੀਂਦਾਰ ਹੋਇਆ। ਇਹ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦਾ ਸ਼ਰਧਾਲੂ ਸੀ। ਇਹਨੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਤੇ ਸਾਧ ਸੰਗਤ, ਇਹਦੇ ਘਰ ਦੇ ਵਿੱਚ 3 ਪੁੱਤਰ ਪੈਦਾ ਹੁੰਦੇ ਆ। ਇੱਕ ਦਾ ਨਾਂ ਹੈ ਜੈਤਾ, ਮਾਹੀ ਤੇ ਗੁਰਦਾਸ। ਜਿਹੜੇ ਸਭ ਤੋਂ ਛੋਟੇ ਨੇ ਗੁਰਦਾਸ,
ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਖੰਡੇ ਬਾਟੇ ਦੀ ਪੌਰ ਪ੍ਰਾਪਤ ਕੀਤੀ। ਇਹਨਾਂ ਦਾ ਨਾਮ ਬਣ ਗਿਆ ਗੁਰਦਾਸ ਸਿੰਘ। ਮੈਂ ਹੁਣ ਜਦੋਂ ਇੱਥੋਂ ਗੱਲ ਸ਼ੁਰੂ ਕਰਨ ਲੱਗਾ ਤੇ ਮੈਂ ਗੁਰਦਾਸ ਸਿੰਘ ਦੇ ਨਾਲ ਬਾਬਾ ਗੁਰਦਾਸ ਜੀ ਲਾਵਾਂਗਾ। ਕਿਉਂ ਭਲਾ? ਕਿਉਂਕਿ ਜਦੋਂ ਬਾਰ-ਬਾਰ ਗੁਰਦਾਸ ਜ਼ਿਕਰ ਆਉਣਾ ਹੈ ਤੇ ਕਿਸੇ ਦੇ ਦਿਮਾਗ 'ਚ ਇਹ ਨਾ ਜਾਏ ਜੇ ਮੈਂ ਭਾਈ ਗੁਰਦਾਸ ਕਵਾਂਗਾ ਤੇ ਕਿ ਇਹ ਨਾ ਸੋਚੀ ਜਾਣ ਵੀ ਭਾਈ ਗੁਰਦਾਸ ਤੇ ਗੁਰੂ ਅਰਜਨ ਸਾਹਿਬ ਦੇ ਸਮੇਂ ਤੇ ਹੋਏ ਆ, ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਹੈ। ਇਸ ਕਰਕੇ ਮੈਂ ਸੋਚਿਆ ਵੀ ਮੈਂ ਸ਼ਬਦ ਲਾਵਾਂਗਾ ਬਾਬਾ ਗੁਰਦਾਸ ਜੀ, ਤਾਂ ਕਿ ਇਹ ਪਤਾ ਲੱਗ ਜਾਏ ਕਿ ਇਹ ਗੱਲ ਬਾਬਾ ਤਾਰਾ ਸਿੰਘ ਜੀ ਉਹਨਾਂ ਦੀ ਚੱਲ ਰਹੀ ਹੈ। ਇਹ ਜਿਹੜੇ ਬਾਬਾ ਗੁਰਦਾਸ ਜੀ ਨੇ, ਇਹਨਾਂ ਨੇ ਖੰਡੇ ਬਾਟੇ ਦੀ ਪਹੁ ਲੈ ਲਈ ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹਨਾਂ ਨੇ ਜੰਗਾਂ 'ਚ ਹਿੱਸਾ ਵੀ ਲਿਆ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਇਸ ਬਾਬਾ ਭਾਈ ਗੁਰਦਾਸ ਸਿੰਘ ਜਿਹੜੇ ਬਾਬਾ ਗੁਰਦਾਸ ਸਿੰਘ ਹਨ, ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਹਿਯੋਗ ਦਿੱਤਾ ਤੇ ਜੰਗਾਂ ਵਿੱਚ ਹਿੱਸਾ ਲਿਆ। ਇਹਦੇ ਘਰ ਵਿੱਚ 5 ਪੁੱਤਰ ਪੈਦਾ ਹੁੰਦੇ ਆ। ਬਾਬਾ ਗੁਰਦਾਸ ਜੀ ਦੇ ਘਰ ਵਿੱਚ 5 ਪੁੱਤਰ ਪੈਦਾ ਹੁੰਦੇ ਨੇ। ਸਭ ਤੋਂ ਵੱਡੇ ਨੇ ਤਾਰਾ ਸਿੰਘ, ਭਾਗ ਸਿੰਘ, ਸੰਗਤ ਸਿੰਘ, ਨੱਥੂ ਸਿੰਘ ਤੇ ਕੱਤੂ ਸਿੰਘ। ਇਹ 5 ਭਰਾ ਨੇ। ਸਭ ਤੋਂ ਵੱਡੇ ਬਾਬਾ ਤਾਰਾ ਸਿੰਘ ਜੀ ਨੇ। ਜਿਹੜਾ ਬਾਬਾ ਗੁਰਦਾਸ ਸਿੰਘ ਜੀ ਨੇ, ਇਹ ਸਾਧ ਸੰਗਤ ਜੀ ਵਾਹੀ ਦਾ ਕੰਮ ਕਰਦੇ ਆ, ਜ਼ਿਮੀਂਦਾਰ ਨੇ। ਇਸ ਕਰਕੇ ਜਦੋਂ ਚੜ੍ਹਾਈ ਕਰ ਜਾਂਦੇ ਆ ਤੇ ਪ੍ਰਬੰਧ ਆ ਜਾਂਦਾ ਸਾਰੇ ਦਾ ਸਾਰਾ ਵੱਡੇ ਪੁੱਤਰ ਦੇ ਹੱਥ ਵਿੱਚ, ਬਾਬਾ ਤਾਰਾ ਸਿੰਘ ਜੀ ਦੇ ਹੱਥ ਵਿੱਚ ਆ ਜਾਂਦਾ। ਹੁਣ ਗੱਲ ਉਹਨਾਂ ਦੀ ਸ਼ੁਰੂ ਹੋਣ ਲੱਗੀ ਹੈ। ਬਾਬਾ ਤਾਰਾ ਸਿੰਘ ਜੀ ਨੇ ਆਪਣੀ ਜਿਹੜੀ ਇਸ ਜ਼ਮੀਨ ਸੀ, ਪਿਤਾ ਪੁਰਖੀ ਜਿਹੜੀ ਜ਼ਮੀਨ ਹੈ, ਉਹਨਾਂ ਨੇ ਉਸ ਜ਼ਮੀਨ ਨੂੰ ਕੀ ਕੀਤਾ ਵੀ ਇੱਕ ਵਾੜਾ ਬਣਾ ਲਿਆ। ਵਾੜਾ ਤੁਸੀਂ ਸਮਝ ਗਏ ਸਾਰੇ। ਵਾੜੇ ਦਾ ਮਤਲਬ ਹੈ ਕਿ ਜਿਵੇਂ ਕਿੱਕਰ ਦੇ ਹੋ ਗਏ ਕੰਡੇ ਜਾਂ ਮਲੇ ਹੋ ਗਏ ਜਾਂ ਬੇਰੀਆਂ ਆਦਿਕ ਹੋ ਗਈਆਂ, ਇਹ ਆਦਿਕ ਜਿਹੜਾ ਉਹਨਾਂ ਛਾਪਿਆਂ ਨੂੰ ਇਕੱਠਿਆ ਕਰਕੇ ਤੇ ਉਹਦੀ ਇੱਕ ਵਾੜ ਬਣਾਉਣੀ। ਵਾੜ ਬਣਾਈ ਗਈ 1 ਕਿੱਲੇ ਦੇ ਘੇਰੇ ਤੇ ਵਾੜ ਕਿੱਡੀ ਉੱਚੀ ਤੇ ਕਿੱਡੀ ਕੀ ਚੌੜੀ ਸੀ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ। ਉਹ ਵਾੜ ਚੌੜੇ ਰੂਪ ਵਿੱਚ ਵੀ ਬਹੁਤ ਜ਼ਿਆਦੀ ਹੈ ਤੇ ਉਚਾਈ ਉਹਦੀ ਕਿੰਨੀ ਹੈ, ਜੇ ਬੰਦਾ ਊਠ ਤੇ ਚੜਿਆ ਹੋਵੇ ਤੇ ਵਾੜੇ ਦੇ ਅੰਦਰ ਝਾਤ ਨਹੀਂ ਮਾਰ ਸਕਦਾ। ਤੁਸੀਂ ਅੰਦਾਜ਼ਾ ਲਾਓ, ਊਠ ਦੇ ਉੱਪਰ ਬੈਠਾ ਹੋਇਆ ਬੰਦਾ ਵਾੜੇ ਦੇ ਅੰਦਰ ਝਾਤ ਨਹੀਂ ਮਾਰ ਸਕਦਾ, ਐਡੀ ਉੱਚੀ ਹੈ। ਤੇ ਉਹਦੇ ਘੇਰੇ ਇੱਕ ਖਾਈ ਹੈ, ਜਿਸ ਖਾਈ ਦੇ ਇਹ ਉਹ ਕਹਿ ਲਓ ਜਦੋਂ ਗਰਮੀਆਂ ਦੇ ਦਿਨ ਹੁੰਦੇ ਆ ਪਾਣੀ ਛੱਡ ਦਿੱਤਾ ਜਾਂਦਾ ਹੈ ਤੇ ਸਿਆਲ ਦੇ ਦਿਨਾਂ ਵਿੱਚ ਉੱਥੇ ਲੱਕੜਾਂ ਸੁੱਟ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਤਾਂ ਕਿ ਸਿੰਘ ਜਿਹੜੇ ਉਹ ਨਿੱਘ ਮਾਣਦੇ ਰਹਿਣ। ਬਾਬਾ ਤਾਰਾ ਸਿੰਘ ਜੀ ਇਸ ਵਾੜੇ ਵਿੱਚ ਕਰ ਕੀ ਰਹੇ ਨੇ? ਇਹਨੂੰ ਰਤਨ ਸਿੰਘ ਭੰਗੂ ਜੀ ਉਹ ਲਿਖਦੇ ਨੇ, ਉਹ ਕਹਿੰਦੇ ਉੱਥੇ ਰਬਾਬ ਵੱਜਦੀ ਹੈ। ਰਬਾਬ ਦਾ ਮਤਲਬ ਹੋ ਗਿਆ ਵੀ ਗੁਰਬਾਣੀ ਦਾ ਕੀਰਤਨ ਚੱਲਦਾ ਹੈ, ਉੱਥੇ ਪਾਠ ਚੱਲਦਾ ਹੈ। ਤੇ ਦੂਸਰੀ ਗੱਲ ਉਹ ਕਹਿੰਦਾ ਕਿ ਸਿੰਘ ਜੰਗੀ ਅਭਿਆਸ ਕਰਦੇ ਨੇ। ਇਹਦਾ ਮਤਲਬ ਉੱਥੇ ਜੰਗ ਦੇ ਅਭਿਆਸ ਵੀ ਹੁੰਦੇ ਨੇ। ਉੱਥੇ ਸ਼ਸਤਰ ਵਿਦਿਆ ਸਿਖਾਈ ਜਾਂਦੀ, ਜਿਹਨੂੰ ਗੱਤਕਾ ਅਸੀਂ ਕਹਿ ਲਈਏ। ਗੱਤਕਾ ਖੇਡਦੇ ਨੇ ਸਿੰਘ ਉੱਥੇ। ਜਿਹੜੇ ਉਸ ਵੇਲੇ ਸਿੰਘ ਹਕੂਮਤ ਨਾਲ ਲੜਦੇ ਸਨ, ਉਹ ਬਾਬਾ ਤਾਰਾ ਸਿੰਘ ਜੀ ਵਾਂ ਇਹਨਾਂ ਦੇ ਡੇਰੇ ਵਿੱਚ ਆਉਂਦੇ ਨੇ। ਇੱਥੇ ਸ਼ਰਨ ਮਿਲਦੀ ਹੈ ਤੇ ਬਾਬਾ ਤਾਰਾ ਸਿੰਘ ਜੀ ਨੇ ਉੱਥੇ ਲੰਗਰ ਚਲਾਉਣਾ ਸ਼ੁਰੂ ਕਰਤਾ, ਜੋ 24 ਘੰਟੇ ਲੰਗਰ ਚੱਲਦਾ ਸੀ। ਜਿਹੜੇ ਸਿੰਘ ਆਉਂਦੇ ਸੀ ਲੰਗਰ ਛਕਦੇ ਸੀ। ਜਿਨ੍ਹਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਪੈਂਦੀ, ਹਥਿਆਰਾਂ ਦੀ ਜ਼ਰੂਰਤ ਪੈਂਦੀ ਸੀ, ਬਾਬਾ ਤਾਰਾ ਸਿੰਘ ਜੀ ਮੁਹੱਈਆ ਕਰਾਉਂਦੇ ਸਨ। ਜਿਸ ਚੀਜ਼ ਦੀ ਜ਼ਰੂਰਤ ਪੈ ਗਈ, ਇਹ ਕਹਿ ਲਓ ਕਿ ਬਾਬਾ ਤਾਰਾ ਸਿੰਘ ਦਾ ਮਾਨ ਸਨਮਾਨ ਇੰਨਾ ਹੋ ਰਿਹਾ ਸੀ ਇਲਾਕੇ ਦੇ ਵਿੱਚ, ਕਿਉਂਕਿ ਗੁਰੂ ਕਾ ਲੰਗਰ ਜਿਹੜਾ ਨਾ ਸਾਧ ਸੰਗਤ ਉਹਦੇ ਵਾਸਤੇ ਸਾਰੇ ਜਾਣਦੇ ਆ ਕਿ ਗੁਰੂ ਕਾ ਲੰਗਰ ਕਿਸੇ ਖਾਸ ਕੌਮ, ਮਜ਼ਹਬ, ਧਰਮ, ਜਾਤ ਵਾਸਤੇ ਨਹੀਂ ਹੁੰਦਾ। ਗੁਰੂ ਕਾ ਲੰਗਰ ਤੇ ਸਰਬੱਤ ਵਾਸਤੇ ਹੈ। ਬਾਬਾ ਤਾਰਾ ਸਿੰਘ ਦਾ ਮਾਨ ਸਨਮਾਨ ਇੰਨਾ ਹੋ ਗਿਆ ਕਿਉਂਕਿ ਗੁਰੂ ਕਾ ਲੰਗਰ ਸਾਰਿਆਂ ਵਾਸਤੇ ਸੀ, ਜਿਹੜੇ ਵੀ ਆਉਂਦੇ ਸਨ ਛਕਦੇ ਸਨ। ਜਿਹੜੀ ਹੁਣ ਘਟਨਾ ਜਿਹੜੀ ਵਾਪਰਦੀ ਹੈ, ਲੜਾਈ ਜਿੱਥੋਂ ਸ਼ੁਰੂ ਹੁੰਦੀ ਹੈ, ਕਿਉਂਕਿ ਮੈਂ ਸੰਖੇਪ ਕਹਿ ਰਿਹਾ, ਘੱਟੋ ਘੱਟ 2 ਘੰਟੇ ਦਾ ਸਮਾਂ ਪੂਰੇ ਇਤਿਹਾਸ ਨੂੰ ਕਹਿਣ ਵਾਸਤੇ ਚਾਹੀਦਾ, ਜਿੰਨੀ ਕੁ ਮੈਂ ਤਿਆਰੀ ਕੀਤੀ ਹੈ। ਪਰ ਮੈਂ ਫਿਰ ਵੀ ਉਹਦੇ ਵਿੱਚੋਂ ਕੁਝ ਮੈਨੂੰ ਛੱਡਣਾ ਪੈਣਾ। ਇੱਕ ਛੋਟੀ ਜਿਹੀ ਘਟਨਾ ਦਾ ਮੈਂ ਜ਼ਿਕਰ ਪਹਿਲਾਂ ਕਰ ਲਵਾਂ, ਕਿਉਂਕਿ ਪਿਛਲੇ ਹਫ਼ਤੇ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੁਣਾਇਆ ਸੀ ਤੇ ਅੱਜ ਕੁਦਰਤੀ ਗੱਲ ਅੱਗੇ ਚੱਲ ਪਈ। ਉਸ ਤੋਂ ਅੱਗੇ ਸ਼ੁਰੂਆਤ ਬਾਬਾ ਜੀ ਦਾ ਸਨ 1716 ਵਿੱਚ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੰਦਈ ਖਾਲਸਾ, ਤੱਤ ਖਾਲਸਾ ਬਣ ਜਾਂਦੇ ਆ, ਜੋ 1721 ਵਿੱਚ ਭਾਈ ਮਨੀ ਸਿੰਘ ਜੀ ਵਿੱਚ ਪੈ ਕੇ ਉਹਦਾ ਸਮਝੌਤਾ ਕਰਾਉਂਦੇ ਆ। ਤੇ ਉਸ ਟਾਈਮ ਤੇ ਤੁਸੀਂ ਕਹਿ ਲਓ ਵੀ ਸਿੱਖਾਂ ਦੇ ਅੰਦਰ ਜਜ਼ਬਾ ਕਿਹੋ ਜਿਹਾ ਸੀ। ਸਿੱਖਾਂ ਨੂੰ ਇਹੋ ਕਹਿ ਲਓ ਵੀ ਉਹਨਾਂ ਦੇ ਅੰਦਰ ਭਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੌਮ ਕਿਵੇਂ ਜਾਗ ਪਈ ਸੀ। ਇੱਕ ਛੋਟੀ ਜਿਹੀ ਘਟਨਾ ਮੈਂ ਜ਼ਿਕਰ ਕਰਨ ਲੱਗਿਆ। ਇਹ ਸਨ 1721 ਦੀ ਹੈ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਭਾਈ ਸੀ ਜਿਹਦਾ ਨਾਂ ਸੀ ਚੂੜਮਲ। ਇਹ ਨਾਲ ਘਟਨਾ ਜੁੜਦੀ, ਮੈਂ ਤਾਂ ਥੋੜਾ ਜ਼ਿਕਰ ਕਰਨ ਲੱਗਾ। ਚੂੜਮਲ, ਇਹਦੇ 2 ਪੁੱਤਰ ਸੀ। ਇੱਕ ਨੇ ਅਮਰ ਛਕ ਲਿਆ, ਉਹ ਬਣ ਗਿਆ ਮੋਹਕਮ ਸਿੰਘ, ਤੇ ਦੂਸਰੇ ਦਾ ਨਾਂ ਸੀ ਰਾਮਜੀ ਮੱਲ। ਭਾਈ ਮੋਹਕਮ ਸਿੰਘ ਨਹੀਂ ਹੈ, 5 ਪਿਆਰਿਆਂ ਵਾਲੇ ਨਹੀਂ। ਇਸ ਰਾਮਜੀ ਮੱਲ ਦਾ ਜਿਹੜਾ ਹੈ ਇਹ ਚੂੜਮਲ ਦਾ ਪੁੱਤਰ ਹੈ। ਇੱਕ ਨੇ ਅਮਰ ਛਕ ਲਿਆ, ਇੱਕ ਨੇ ਨਹੀਂ ਛਕਿਆ। ਜਿਹੜਾ ਰਾਮਜੀ ਮੱਲ ਸੀ ਉਹਦਾ ਇੱਕ ਬਾਗ ਸੀ
ਤੇ ਜਦੋਂ 1721 ਦੀ ਵਿਸਾਖੀ ਨੂੰ ਸਿੱਖ ਉੱਥੇ ਜਾਂਦੇ ਆ ਤੇ ਉਹਨਾਂ ਨੇ ਇਸ ਬਾਗ ਵਿੱਚੋਂ ਫਲ ਲੈਣੇ ਚਾਹੇ। ਇਹਨੇ ਅੰਦਰ ਈਰਖਾ ਵਸ ਹੋ ਕੇ ਉਹਨਾਂ ਨੂੰ ਫਲ ਦੇਣ ਤੋਂ ਨਾ ਕਰ ਦਿੱਤੀ, ਫਰੂਟ ਦੇਣ ਤੋਂ ਕਹਿ ਲਓ ਵੀ ਨਾ ਕਰ ਦਿੱਤੀ। ਉਹਨਾਂ ਨੇ ਕਿਹਾ ਪੈਸੇ ਦੁੱਗਣੇ ਦੇਵਾਂਗੇ, ਪਰ ਇਹ ਫਿਰ ਵੀ ਮੰਨੇ ਨਾ। ਆਖਰਕਾਰ ਉਹਨਾਂ ਨੇ ਪੈਸੇ ਵੀ ਦਿੱਤੇ ਤੇ ਉਹ ਜਿਹੜਾ ਫਲ ਸੀ ਉਹ ਵੀ ਲੈ ਲਿਆ। ਜਦੋਂ ਉਹ ਲੈਣ ਤੋਂ ਬਾਅਦ ਉਹਨੇ ਗੱਲ ਲੈ ਗਿਆ, ਇਹਨੂੰ ਰਾਜਸੀ ਮੁੱਦਾ ਬਣਾ ਲਿਆ। ਉਹਨੇ ਰਾਜਸੀ ਮੁੱਦਾ ਬਣਾ ਕੇ ਹਾਕਮ ਕੋਲੇ ਲਾਹੌਰ ਚਲਿਆ ਗਿਆ। ਉਹਨੇ ਉੱਥੋਂ ਜਿਹੜਾ ਸੀ ਅਸਲਮ ਖਾਂ ਭੇਜਿਆ। ਪੱਟੀ ਤੋਂ ਇੱਕ ਦੇਵਾ ਰਾਮ ਤੇ ਹਰ ਸਹਾਏ 2 ਜਾਣੇ ਪੱਟੀ ਤੋਂ ਆਏ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਵੀ ਇਹ ਸਿੰਘ ਨਹੀਂ ਸੀ ਲੜਨਾ ਚਾਹੁੰਦੇ, ਗੱਲ ਕੋਈ ਵੀ ਨਹੀਂ ਸੀ, ਪਰ ਇਹਨੂੰ ਈਰਖਾ ਵਸ ਬਣਾ ਕੇ ਲੜਾਈ ਬਣਾ ਦਿੱਤੀ ਗਈ। ਫਿਰ ਜਦੋਂ ਗੱਲ ਆਣ ਪਈ ਉਹਨਾਂ ਨੂੰ ਲੜਨੀ ਪੈ ਗਈ। ਜਦੋਂ ਇਹ ਲੜਾਈ ਲੜਦੇ ਨੇ ਤੇ ਇਹਦੇ ਵਿੱਚ ਜਿਹੜਾ ਹਰ ਸਹਾਏ ਸੀ ਉਹ ਮਾਰਿਆ ਗਿਆ, ਅਸਲਮ ਭੱਜ ਗਿਆ ਤੇ ਦੇਵਾ ਵੀ ਨੱਠ ਗਿਆ। ਉਸ ਵੇਲੇ ਸਿੰਘਾਂ ਨੇ ਖਾਨ ਬਣਾ ਲਿਆ ਸੀ, ਸਿੰਘਾਂ ਨੇ ਇੱਕ ਬੋਲ ਬਣਾ ਲਿਆ ਸੀ। ਬੋਲ ਪਤਾ ਕੀ ਬਣਾਇਆ ਸੀ? ਹਰਸਾ ਮਾਰਿਆ, ਦੇਵਾ ਨੱਠਾ, ਅਸਲਾਂ ਗਈ ਲਾਹੌਰ। ਅਸਲਾਂ ਦਾ ਮਤਲਬ ਅਸਲਮ ਖਾਂ ਜਿਹੜਾ ਚੜ ਕੇ ਆਇਆ ਸੀ, ਆਪਣੇ ਆਪ ਨੂੰ ਸੂਰਮਾ ਸਮਝਦਾ ਸੀ। ਉਦੋਂ ਸਿੰਘ ਕਹਿੰਦੇ ਉਹ ਤਾਂ ਇਉਂ ਕਹਿ ਲਓ ਵੀ ਉਹਨੂੰ ਨਮਰਦ ਦੇ ਤੌਰ ਤੇ ਉਹਦੇ ਵਾਸਤੇ ਸ਼ਬਦ ਵਰਤਿਆ ਵੀ ਉਹ ਲਾਹੌਰ ਚਲਿਆ ਗਿਆ। ਮੇਰਾ ਕਹਿਣ ਤੋਂ ਭਾਵ ਇਹੋ ਜਿਹਾ ਜਜ਼ਬਾ ਸੀ ਉਹਨਾਂ ਸਿੱਖਾਂ ਦੇ ਅੰਦਰ। ਬਾਬਾ ਤਾਰਾ ਸਿੰਘ ਜੀ ਦੇ ਕੋਲੇ ਸਿੱਖ ਆਉਂਦੇ ਆ, ਉਹਦੇ ਬਾੜੇ 'ਚ ਆ ਕੇ ਰਾਤ ਰਹਿੰਦੇ ਆ, ਵਿਸ਼ਰਾਮ ਕਰਦੇ ਆ, ਲੰਗਰ ਪਾਣੀ ਛਕਦੇ ਆ। ਜਿਹੜੀ ਘਟਨਾ ਲੜਾਈ ਦੀ ਵਾਪਰਦੀ ਹੈ ਉਹਦਾ ਕਾਰਨ ਇਹ ਬਣਦਾ ਕਿ ਜਿਹੜਾ ਚੌਧਰੀ ਹੈ ਸਾਹਿਬ ਰਾਏ, ਇਹ ਹੈ ਨਸ਼ਹਿਰੇ ਢਾਲੇ ਦਾ। ਮੈਂ ਜਿਹੜਾ ਜ਼ਿਕਰ ਕਰਾਂਗਾ ਇਹ ਪਿੰਡ ਨੇੜੇ ਨੇੜੇ ਦੇ ਪੈਂਦੇ, ਜਿਹੜੇ ਲੋਕ ਤਰਨ ਤਾਰਨ, ਝਬਾਲ, ਖੇਮਕਰਨ, ਭਿੱਖੀਵਿੰਡ ਇਸ ਇਲਾਕੇ ਦੇ ਨਾਲ ਸੰਬੰਧਿਤ ਰੱਖਦੇ ਹੋਣ ਜਾਂ ਉਹਨਾਂ ਦੀਆਂ ਕੋਈ ਰਿਸ਼ਤੇਦਾਰੀਆਂ ਹੋਣ, ਉਹਨਾਂ ਦੇ ਦਿਮਾਗ ਵਿੱਚ ਬਹੁਤ ਛੇਤੀ ਇਹ ਗੱਲਾਂ ਆ ਜਾਣਗੀਆਂ ਜੋ ਮੈਂ ਕਹਿਣ ਜਾ ਰਿਹਾ। ਸਾਧ ਸੰਗਤ ਜੀ, ਇਹ ਪਿੰਡ ਬਿਲਕੁਲ ਬਾਰਡਰ ਦੇ ਕੰਢੇ ਤੇ ਹੈ, ਨਸ਼ਹਿਰਾ ਢਾਲਾ ਪਿੰਡ। ਇੱਥੋਂ ਦਾ ਸਾਹਿਬ ਰਾਏ ਚੌਧਰੀ ਉਹ ਕੀ ਕਰਦਾ ਵੀ ਘੋੜੀਆਂ ਛੱਡ ਦਿੰਦਾ ਹੈ ਤੇ ਜਿਹੜੇ ਜ਼ਿਮੀਂਦਾਰ ਨੇ ਉਹ ਕਹਿਣ ਦੇ ਇਸ ਕਰਕੇ ਕੁਝ ਨਹੀਂ ਕਿਉਂਕਿ ਇਹਦੀ ਸਰਕਾਰੀ ਦਰਬਾਰੇ ਪੂਰੀ ਪਹੁੰਚ ਹੈ। ਇਹ ਸਰਕਾਰੀ ਦਰਬਾਰੇ ਜਾ ਕੇ ਮਰਵਾ ਦੇਗਾ, ਇਸ ਕਰਕੇ ਕੋਈ ਗੱਲ ਨਹੀਂ ਸੀ ਕਰਦਾ। ਆਖਰ 2 ਭਰਾ ਫਿਰ ਨਿਤਰੇ ਮੈਦਾਨ ਵਿੱਚ, ਉਹ ਸੀ ਮਾਲੀ ਸਿੰਘ ਤੇ ਗੁਰਬਖਸ਼ ਸਿੰਘ, ਪੜਾਣੇ ਦੇ ਰਹਿਣ ਵਾਲੇ। ਇਹ ਪੜਾਣਾ ਪਿੰਡ ਹੁਣ ਪਾਕਿਸਤਾਨ 'ਚ ਰਹਿ ਗਿਆ ਹੈ, ਬਿਲਕੁਲ ਬਾਰਡਰ ਦੇ ਕੰਢੇ ਤੇ ਹੈ। ਇਹ 2 ਭਰਾ ਆਏ, ਉਹਨਾਂ ਨੇ ਆ ਕੇ ਸਾਹਿਬ ਰਾਏ ਨੂੰ ਕਿਹਾ, ਕਹਿਣ ਲੱਗੇ ਦੇਖ ਤੈਨੂੰ ਪਤਾ ਵੀ ਜ਼ਿਮੀਂਦਾਰ ਕਿਵੇਂ ਫਸਲ ਨੂੰ ਤਿਆਰ ਕਰਦਾ ਹੈ, ਦਿਨ ਰਾਤ ਮਿਹਨਤ ਕਿੰਨੀ ਕਰਦਾ ਹੈ, ਸੱਪਾਂ ਦੀਆਂ ਸਰੀਆਂ ਮਿੱਧਦਾ ਹੈ ਤੇ ਤੇਰੀਆਂ ਘੋੜੀਆਂ ਆਉਂਦੀਆਂ ਨੇ ਉਜਾੜ ਕੇ ਚਲੇ ਜਾਂਦੀਆਂ ਨੇ, ਆਪਣੀਆਂ ਘੋੜੀਆਂ ਬੰਨ੍ਹ ਲੈ। ਬੜੇ ਪਿਆਰ ਨਾਲ ਸ਼ਬਦ ਉਹਨਾਂ ਵਰਤੇ ਵੀ ਆਪਣੀਆਂ ਘੋੜੀਆਂ ਬੰਨ੍ਹ ਲੈ। ਇਹ ਸਾਹਿਬ ਰਾਏ ਹੰਕਾਰਿਆ ਹੋਇਆ ਕਹਿੰਦਾ ਅੱਛਾ ਤੁਸੀਂ ਮੈਨੂੰ ਕਹਿਣ ਆਏ ਹੋ ਵੀ ਘੋੜੀਆਂ ਬੰਨ੍ਹਣ ਵਾਸਤੇ ਸਿੱਖੜਿਓ, ਇਹ ਸ਼ਬਦ ਉਹਨੇ ਵਰਤੇ ਸਿੱਖੜਿਓ। ਕਹਿੰਦਾ ਇਹ ਤੁਸੀਂ ਮੇਰੀ ਭਲਮਾਨਸੀ ਸਮਝੋ, ਜਿਹੜਾ ਤੁਸੀਂ ਬਚੇ ਫਿਰਦੇ ਤੇ ਮੈਂ ਕਰੂੰਗਾ ਤੁਹਾਨੂੰ ਮਰਵਾ ਦੇਣਾ ਸੀ, ਮੇਰੀ ਭਲਮਾਨਸੀ ਹੈ ਵੀ ਮੈਂ ਤੁਹਾਨੂੰ ਅਜੇ ਤੱਕ ਮਰਵਾਇਆ ਨਹੀਂ। ਜੇ ਗੱਲ ਘੋੜੀਆਂ ਬੰਨਣ ਦੀ ਕਰਦੇ ਹੋ ਤੇ ਕਹਿੰਦਾ ਲਿਆਓ ਆਪਣੇ ਕੇਸ, ਦਾੜੀਆਂ ਤੇ ਸਿਰ ਦੇ ਵਾਲ ਮੁੰਨ ਕੇ ਮੈਨੂੰ ਦੇ। ਜਿਹੜੇ ਉਹਨੇ ਸ਼ਬਦ ਵਰਤੇ ਜਦੋਂ ਗੱਲ ਚੱਲਣੀ ਹੈ, ਉਹਨੇ ਕਿਹਾ ਦਾੜੀਆਂ ਤੇ ਸਿਰ ਕੇਸ ਜਿਹੜੇ ਮੁੰਨ ਕੇ ਮੈਨੂੰ ਦੇ ਦਿਓ, ਜਾਂ ਉਹਨੇ ਕਿਹਾ ਮੈਂ ਕੈਂਚੀ ਲਿਆਉਣਾ ਆਪ ਮੁੱਲ ਨਾ। ਦੋਵੇਂ ਗੱਲਾਂ ਇਤਿਹਾਸ ਦੇ ਵਿੱਚ ਮਿਲਦੀਆਂ ਨੇ ਕਿ ਇਹਨਾਂ ਦੇ ਮੈਂ ਰੱਸੇ ਵੱਟ ਕੇ ਘੋੜੀਆਂ ਬੰਨਾਂਗਾ। ਹੁਣ ਹੈ ਤਾਂ ਗੱਲ ਸਾਧ ਸੰਗਤ ਜੀ ਅੰਦਰ ਨੂੰ ਚੀਰ ਕੇ ਰੱਖ ਦੇਣ ਵਾਲੀ ਸੀ, ਪਰ ਦੋਨਾਂ ਭਰਾਵਾਂ ਨੇ ਇਹੋ ਕਹਿ ਲਓ ਮੌਕਾ ਟਾਲਦਿਆਂ ਹੋਇਆਂ ਕਿਹਾ ਤੇ ਕੁਝ ਨਾ, ਵਾਪਸ ਆ ਗਏ। ਭਰੇ ਪੀਤੇ ਪੱਥਰ ਆ ਕੇ ਦਿਲ ਤੇ ਵਾਪਸ ਆ ਗਏ। ਇਹ ਸਿੱਧੇ ਜਾਂਦੇ ਆ ਭੁੱਸੇ ਪਿੰਡ ਦੇ ਵਿੱਚ 2 ਭਰਾਵਾਂ ਦੇ ਕੋਲੇ, ਉਹ ਹੈ ਭਾਈ ਅਮਰ ਸਿੰਘ ਤੇ ਬਘੇਲ ਸਿੰਘ। ਉਹਨਾਂ ਦੇ ਕੋਲ ਇਹ ਦੋਨੋਂ ਭਰਾ ਬੜੀ ਚੜ੍ਹਦੀ ਕਲਾ ਵਾਲੇ, ਬੜੇ ਸੂਰਮੇ ਬਹਾਦਰ ਯੋਧੇ, ਇਹਨਾਂ ਦੀ ਵੀ ਧਾਕ ਜੰਮਦੀ ਇਸ ਇਲਾਕੇ ਦੇ ਵਿੱਚ। ਇਹਨਾਂ ਭਰਾਵਾਂ ਦੋਵਾਂ ਕੋਲੇ ਜਾਂਦੇ, ਕਹਿੰਦੇ ਆਹ ਕੁਝ ਸਾਹਿਬ ਰਾਏ ਨਾਲ ਹੋਇਆ, ਉਹਨੇ ਸਾਨੂੰ ਆਹ ਸ਼ਬਦ ਵਰਤੇ ਨੇ। ਤੇ ਉਹਨਾਂ ਦੋਵਾਂ ਭਰਾਵਾਂ ਨੇ ਕਿਹਾ ਦੇਖੋ ਘੋੜੀਆਂ ਤੇ ਫੜ ਲਵਾਂਗੇ, ਪਰ ਜੋ ਕੁਝ ਬਾਅਦ ਵਿੱਚ ਵਾਪਰਨਾ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ। ਉਹਨਾਂ ਕਿਹਾ ਬਿਲਕੁਲ ਤਿਆਰ ਅਸੀਂ। ਇਹਨਾਂ ਨੇ ਦੋਵਾਂ ਭਰਾਵਾਂ ਨੇ ਦਿਨ ਦੀ ਵੀ ਘੋੜੀਆਂ ਖੋਈਆਂ ਨੇ। ਅਸੀਂ ਕਹਿੰਦੇ ਘੋੜੀਆਂ ਚੋਰੀ ਕੀਤੀਆਂ, ਸਿੱਖ ਚੋਰ ਨਹੀਂ ਹੈ। ਉਹ ਮਰਦ ਸੂਰਮੇ ਸਨ, ਉਹਨਾਂ ਨੇ ਜਾ ਕੇ ਬੰਗਾਲ ਕੇ ਇਹਦੀਆਂ ਘੋੜੀਆਂ ਖੋਹ ਕੇ ਲਿਆਂਦੀਆਂ। ਭਾਵੇਂ ਕਿ ਸਾਹਿਬ ਰਾਏ ਉਦੋਂ ਉੱਥੇ ਨਹੀਂ ਸੀ, ਉਹਦੇ ਕਰਿੰਦੇ ਸਨ, ਉਹਨਾਂ ਕੋਲੋਂ ਘੋੜੀਆਂ ਖੋਹ ਕੇ ਲਿਆਂਦੀਆਂ। ਘਰਿਆਲਾ ਪਿੰਡ ਇਹ ਸਾਡੇ ਪੱਟੀ ਦੇ ਨੇੜੇ ਪੈਂਦਾ, ਘਰਿਆਲਾ ਪਿੰਡ। ਘਰਿਆਲੇ ਦਾ ਭਾਈ ਲਖਵੀਰ ਸਿੰਘ, ਉਹਦੇ ਕੋਲੇ ਘੋੜੀਆਂ ਦਿੱਤੀਆਂ। ਉਹ ਗਾਂ ਲੈ ਕੇ ਗਿਆ ਪਟਿਆਲੇ ਬਾਬਾ ਆਲਾ ਸਿੰਘ ਦੇ ਕੋਲੇ। ਦੋਨੋਂ ਘੋੜੀਆਂ ਵੇਚ ਕੇ ਇਹ ਬਾਬਾ ਤਾਰਾ ਸਿੰਘ ਵਾਂ ਦੇ ਲੰਗਰਾਂ ਵਿੱਚ ਜਿਹੜੀ ਪੈਸੇ ਸੀ ਉਹਦੇ ਵਿੱਚ ਲਿਆ ਕੇ ਪਾ ਦਿੱਤੇ। ਹੁਣ ਚੌਧਰੀ ਵੀ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ, ਉਹਨੂੰ ਪਤਾ ਸੀ ਵੀ ਇਹ ਘੋੜੀਆਂ ਕਿੱਥੇ ਗਈਆਂ ਨੇ ਤੇ ਕੌਣ ਹੈ ਕਢਾਉਣ ਵਾਲਾ। ਉਹ ਸਿੱਧਾ ਆਇਆ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ ਵਿੱਚ। ਡੇਰਾ ਸ਼ਬਦ ਮੈਂ ਡੇਰਾ ਦਾ ਮਤਲਬ ਇਹ ਨਾ ਸਮਝੋ ਕਿ ਬਾਬਾ ਉਹਦੇ ਨੂੰ ਕੂਕਾ ਮਾਰਿਆ। ਡੇਰਾ ਸੀ ਕਹਿੰਦੇ ਸਾਡੇ ਵੱਖ-ਵੱਖ ਇਲਾਕਿਆਂ ਦੀ ਬੋਲੀ ਹੈ। ਸਾਡੇ ਇੱਧਰ ਮਾਝੇ ਵਿੱਚ ਬੈਗਾ ਕਹਿੰਦੇ ਅਸੀਂ, ਬੈਗ ਫਲਾਨਾ ਬੈਗ ਤੇ ਰਹਿੰਦਾ। ਕਿਸੇ ਇਲਾਕੇ 'ਚ ਡੇਰਾ ਕਹਿੰਦੇ ਆ। ਪਿੰਡੋਂ ਬਾਹਰ-ਬਾਹਰ ਜਿਹਨੇ ਬਣਾਇਆ ਹੁੰਦਾ ਉਹਨੂੰ ਡੇਰਾ ਵੀ ਕਹਿ ਦਿੰਦੇ। ਸੋ ਪਿੰਡੋਂ ਬਾਹਰ-ਬਾਹਰ ਹੋਣ ਕਰਕੇ ਡੇਰਾ ਸ਼ਬਦ ਵਰਤਿਆ ਜਾਂਦਾ ਹੈ।
ਇਹ ਬਾਬਾ ਤਾਰਾ ਸਿੰਘ ਮਾਨ ਦੇ ਡੇਰੇ ਵਿੱਚ ਆਉਂਦਾ ਸਾਹਿਬ ਰਾਏ, ਇਹ ਆ ਕੇ ਜਿਹੜੀ ਗੱਲ ਕਰਦਾ ਹੈ, ਕਹਿੰਦਾ ਹੈ ਕਿ ਸ਼ਬਦ ਜਿਹੜੇ ਵਰਤਦਾ ਹੈ, ਉਹ ਇਹ ਤਾਰਿਆ ਵੀ ਕਹਿੰਦਾ ਹੈ, ਉਹ ਇਹ ਨਿਹੰਗਾ ਵੀ ਕਹਿੰਦਾ ਹੈ, ਕਹਿੰਦਾ ਤੇਰੇ ਕੋਲ ਮੇਰੇ ਚੋਰ ਨੇ, ਘੋੜੀਆਂ ਲੈ ਕੇ ਆਏ ਨੇ। ਬਾਬਾ ਤਾਰਾ ਸਿੰਘ ਨੇ ਕਿਹਾ ਪਹਿਲੀ ਗੱਲ ਤਾਂ ਇਹ ਵੀ ਆਪਣਾ ਸ਼ਬਦ ਜਿਹੜਾ ਉਹਨੂੰ ਬਦਲ, ਇੱਥੇ ਚੋਰ ਕੋਈ ਨਹੀਂ ਰਹਿੰਦਾ ਤੇ ਗੁਰੂ ਕੇ ਸਿੱਖ ਮੇਰੇ ਕੋਲ ਨੇ। ਜਿਹੜੀ ਗੱਲ ਰਹੀ ਘੋੜੀਆਂ ਚੋਰੀ ਕਰਨ ਦੀ, ਘੋੜੀਆਂ ਚੋਰੀ ਨਹੀਂ ਕੀਤੀਆਂ, ਤੇਰੀਆਂ ਘੋੜੀਆਂ ਫਸਲ ਉਜਾੜਦੀਆਂ ਸੀ, ਤੈਨੂੰ ਕਿਹਾ ਸੀ ਰੋਕਣ ਵਾਸਤੇ, ਤੂੰ ਰੋਕੀਆਂ ਨਹੀਂ, ਇਸ ਕਰਕੇ ਘੋੜੀਆਂ ਜਿੱਥੇ ਪਹੁੰਚਣੀਆਂ ਸੀ ਪਹੁੰਚ ਗਈਆਂ ਨੇ। ਬਾਬਾ ਤਾਰਾ ਸਿੰਘ ਮੁੱਕਰੇ ਨਹੀਂ ਵੀ ਸਾਨੂੰ ਨਹੀਂ ਪਤਾ ਕਿੱਥੇ ਗਈਆਂ, ਉਹਨੇ ਕਿਹਾ ਜਿੱਥੇ ਜਾਣੀਆਂ ਸੀ ਚਲੇ ਗਈਆਂ ਨੇ। ਗੱਲ ਰਹਿ ਗਈ ਸਿੱਖਾਂ ਨੂੰ ਫੜਾਉਣ ਦੀ। ਬਾਬਾ ਤਾਰਾ ਸਿੰਘ ਨੇ ਕਿਹਾ ਵੀ ਇਹ ਤਾਂ ਗੁਰੂ ਕੇ ਸਿੱਖ ਨੇ, ਇਸ ਕਰਕੇ ਦੇਸ਼ ਕੌਮ ਧਰਮ ਦੇ ਲਈ ਲੜ ਰਹੇ ਨੇ, ਫੜਾਉਣ ਵਾਲੀ ਤਾਂ ਗੱਲ ਪਾਸੇ ਰਹਿ ਗਈ। ਇਹਨੇ ਕੋਈ ਸ਼ਬਦ ਵਰਤੇ ਨੇ, ਉਹ ਬੜੇ ਇਉਂ ਕਹਿ ਲਓ ਵੀ ਉਹੋ ਜਿਹੇ ਸਨ ਜਿਹੜੇ ਬਾਬਾ ਤਾਰਾ ਸਿੰਘ ਦੇ ਕੋਲੋਂ ਸਹਾਰੇ ਨਾ ਗਏ। ਉਹ ਬੋਲ ਨੇ ਇਹੋ ਜਿਹੇ ਵਕਤ ਦਿੱਤੇ, ਕਹਿਣ ਲੱਗਾ ਅੱਛਾ ਸਿੱਖੜਿਓ, ਤੁਸੀਂ ਗੱਲ ਬੜੀ ਸਿੱਖੀ ਦੀ ਕਰਦੇ ਹੋ, ਮੇਰਾ ਕਰਕੇ ਤੁਸੀਂ ਬਚੇ ਹੋ, ਤੇ ਮੈਂ ਹੁੱਗੇ ਦਾ ਪਾਣੀ ਪਾ ਕੇ ਜਦੋਂ ਤੁਹਾਡੇ ਇਹ ਜਿਹੜੇ ਸ਼ਬਦ ਨੇ, ਕਿਉਂਕਿ ਗੱਲ ਐਵੇਂ ਥੋੜਾ ਨਿੱਕੀ ਮੋਟੀ ਗੱਲ ਤੋਂ ਵੱਧ ਗਈ ਅੱਗੇ, ਉਹਨੇ ਕਿਹਾ ਹੁੱਗੇ ਦਾ ਪਾਣੀ ਪਾ ਕੇ ਜਦੋਂ ਤੁਹਾਡੇ ਸਿਰ ਦੇ ਵਿੱਚ ਮੈਂ ਛੱਤਰ ਮਾਰੇ ਨਾ, ਤੇ ਤੁਹਾਡੇ ਕੇਸ ਮੁੰਨੇ ਤੁਹਾਨੂੰ ਫਿਰ ਪਤਾ ਲੱਗੂ ਕੀ ਹੁੰਦੀ ਸਿੱਖੀ, ਤੁਹਾਡਾ ਗੁਰੂ ਵੇਖੂਗਾ ਮੈਂ ਕੀ ਕਰਦਾ ਹੈ। ਹੁਣ ਆਹ ਸ਼ਬਦ ਥੋੜਾ ਸਿੱਖ ਸੁਣ ਸਕਦਾ ਸੀ। ਬਾਬਾ ਤਾਰਾ ਸਿੰਘ ਫਿਰ ਨੌਜਵਾਨ, ਉਹਨੇ ਫਿਰ ਸੁੱਟ ਲਿਆ ਘੋੜੀ ਤੋਂ ਥੱਲੇ, ਇਹਨੂੰ ਥੱਲੇ ਲਾ ਲਿਆ, ਵੀ ਉੱਤੇ ਬਹਿ ਗਿਆ ਬਾਬਾ ਤਾਰਾ ਸਿੰਘ। ਫਿਰ ਐਂ ਕਹਿ ਲਓ ਵੀ ਜਦੋਂ ਆਹ ਜਿਹੜੀਆਂ ਆਪਣਾ ਮੁੱਠ ਜਦੋਂ ਆਪਾਂ ਦੋਵੇਂ ਮੀਟ ਲੈਂਦੇ ਆ ਨਾ, ਇਹਦੇ ਨਾਲ ਫਿਰ ਜ਼ਿਆਦਾ ਸੱਟ ਵੱਜਦੀ ਹੈ। ਥੱਲੇ ਸੁੱਟ ਕੇ ਫਿਰ ਬਾਬਾ ਤਾਰਾ ਸਿੰਘ ਨੇ ਇਹਦੇ ਜਵਾੜੇ ਭੰਨੇ, ਫਿਰ ਉੱਤੇ ਬਹਿ ਗਏ ਵੀ ਤੈਨੂੰ ਪਹਿਲਾਂ ਵੀ ਕਿਹਾ ਵੀ ਤੂੰ ਨਾ ਇਹ ਬੋਲ, ਤੂੰ ਇੱਥੇ ਆ ਕੇ ਸ਼ੇਰ ਦੇ ਘੁਰਨੇ ਵਿੱਚ ਸਾਨੂੰ ਵਿਗਾੜਦਾ ਹੈ, ਗਲਤੀ ਤੇਰੀ ਹੈ, ਉਲਟੀ ਸਾਨੂੰ ਆ ਕੇ ਗੁਰੂ ਦੇ ਪ੍ਰਤੀ ਜਾਂ ਗੁਰੂ ਦੇ ਕੇਸਾਂ ਪ੍ਰਤੀ ਸ਼ਬਦ ਬੋਲਦਾ ਹੈ। ਸਾਧ ਸੰਗਤ ਜਵਾੜਾ ਇਹਦਾ ਤੋੜ ਦਿੱਤਾ, ਬਾਹਲ ਦੇ ਖਿੰਦਰ ਗਏ, ਮੂੰਹ ਇਹਦਾ ਸੁੱਜ ਗਿਆ, ਇਹ ਘਰੇ ਨਹੀਂ ਪਹੁੰਚਿਆ, ਸਿੱਧਾ ਪੱਟੀ ਚਲਿਆ ਗਿਆ। ਉੱਥੇ ਸੀ ਜਾਫਰ ਬੇਗ। ਹੁਣ ਵੇਖੋ ਬੰਦਾ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ। ਉੱਥੇ ਜਾਫਰ ਬੇਗ ਨੂੰ ਜਾ ਕੇ ਕਹਿੰਦਾ, ਉਹਨੇ ਕਿਹਾ ਵੀ ਚੌਧਰੀ ਤੇਰਾ ਮੂੰਹ ਸੁੱਜਿਆ ਪਿਆ, ਜਵਾੜਾ ਪਾਟਾ ਪਿਆ, ਹੋਇਆ ਕੀ? ਕਹਿੰਦਾ ਤੁਸੀਂ ਕਹਿੰਦੇ ਹੋ ਮਾਮਲਾ ਕਰਾ ਕੇ ਲਿਆਓ। ਇਹ ਤਿੰਨ ਚੌਧਰੀ ਸਨ, ਪੱਟੀ ਜਿਹੜਾ ਝਬਾਲ ਦਾ, ਨਸ਼ਹਿਰੇ ਢਾਲੇ ਦਾ ਤੇ ਨਸ਼ਹਿਰੇ ਪੰਨੂਆਂ ਦਾ। ਇਹ ਤਿੰਨੋਂ ਮਿਲਾ ਕੇ ਜਿਹੜਾ ਮਾਮਲਾ ਗਰਾਉਂਦੇ ਸਨ ਉਹ 9 ਲੱਖ ਬਣਦਾ ਸੀ, ਤਾਂ ਪੱਟੀ ਨੂੰ 9 ਲੱਖੀ ਪੱਟੀ ਕਿਹਾ ਜਾਂਦਾ ਹੈ। ਇਹਨਾਂ ਮਾਮਲਾ ਹੁਣ ਏਡੀ ਵੱਡੀ ਰਕਮ, ਤੇ ਇਹਨੇ ਜਾ ਕੇ ਕਹਿ ਦਿੱਤਾ ਜਦੋਂ ਜਾਣੇ ਲੋਕਾਂ ਕੋਲੇ ਮਾਮਲਾ ਗਰਾਉਣ, ਉਹ ਕਹਿੰਦੇ ਤਾਰਾ ਸਿੰਘ ਲੈ ਗਿਆ, ਉਹਦੇ ਨਾਲ ਦੇ ਲੈ ਗਏ ਨੇ। ਹੁਣ ਵੇਖੋ ਗੱਲ ਕੀ ਸੀ ਤੇ ਬਣਾ ਕੀ ਰਿਹਾ। ਹੁਣ ਜਦੋਂ ਇਹ ਗੱਲ ਕਹੀ ਜਾਵੇ ਵੀ ਸਰਕਾਰ ਦਾ ਉਹ ਬਾਗੀ ਹੈ ਤੇ ਸਰਕਾਰ ਲਿਹਾਜ਼ ਨਾ ਕਰੇਗੀ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮਾਮਲਾ ਗਰਾਉਣ ਜਾਂਦੇ ਆ ਉਹਨਾਂ ਦੇ ਕੋਲੋਂ, ਤੇ ਲੋਕ ਕਹਿੰਦੇ ਤਾਰਾ ਸਿੰਘ ਲੈ ਗਿਆ। ਅਸੀਂ ਤਾਰਾ ਸਿੰਘ ਨੂੰ ਸਮਝਾਉਣ ਗਏ ਸੀ, ਉਹਨੇ ਅੱਗੋਂ ਮੇਰੀ ਆਹ ਹਾਲਤ ਕਰਤੀ। ਘੋੜੀਆਂ ਵਾਲੀ ਗੱਲ ਹੀ ਦੱਸੀ ਉਹਨੇ। ਜਾਬਰ ਬੇਗ ਕਹਿੰਦਾ ਤਿਆਰੀ ਕਰੋ। ਇਹ ਤਿਆਰੀ ਕਰਨ ਲੱਗਾ ਤੇ ਚੌਧਰੀ ਮਾਰ ਖਾ ਕੇ ਆਇਆ ਸੀ। ਉਹਨੇ ਕਿਹਾ 2-4 ਬੰਦੇ ਨਾ ਜਾਇਓ ਜੇ, ਤਿਆਰੀ ਪੂਰੀ ਕਰੋ। 80 ਪਿਆਦੇ ਮਤਲਬ ਤੁਰਨ ਵਾਲੇ ਬੰਦੇ, 80 ਬੰਦੇ ਤਿਆਰ ਕੀਤੇ। ਇਹ ਚੱਲੇ ਨੇ ਪੱਟੀ ਤੋਂ, ਇਹ ਕੁੱਲਾ ਮਨਿਆਲਾ, ਕੱਚਾ ਪੱਕਾ, ਬੂੜ ਚੰਦ, ਭਿੱਖੀਵਿੰਡ, ਮਾੜੀ ਕੰਬੋਕੇ ਤੇ ਡੱਲ, ਇਹ ਰਸਤਾ ਸੀ ਜਾਣ ਦਾ। ਜਦੋਂ ਵਾਹ ਪਿੰਡ ਪਹੁੰਚਦੇ ਆ, ਇੱਧਰ ਬਾਬਾ ਤਾਰਾ ਸਿੰਘ ਉਹ ਵੀ ਪੂਰੀ ਤਿਆਰੀ ਵਿੱਚ ਹੈ ਕਿ ਚੌਧਰੀ ਜਾਏਗਾ ਕਿੱਥੇ, ਤੇ ਜੋ ਕੁਝ ਹੋਣਾ ਸੀ ਸਿੰਘਾਂ ਨੂੰ ਸਭ ਪਤਾ ਸੀ। ਸਾਧ ਸੰਗਤ ਜੀ ਉਹ ਫੌਜ ਲੈ ਕੇ ਆਇਆ। ਅੰਮ੍ਰਿਤ ਵੇਲਾ ਹੋਇਆ। ਬਾਬਾ ਬਘੇਲ ਸਿੰਘ ਜੀ ਜਿਹੜੇ ਹੱਥ ਵਿੱਚ ਨੇਜਾ ਲੈ ਕੇ, ਸ੍ਰੀ ਸਾਹਿਬ ਲੈ ਕੇ ਤੇ ਗੜਵਾ ਲੈ ਕੇ ਉਹ ਬਾਹਰ ਜਾ ਰਹੇ ਸਨ। ਬਾਹਰ ਦਾ ਮਤਲਬ ਸਮਝ ਲਓ ਸੌਖਾ ਜਿਹਾ ਕਿ ਅੰਮ੍ਰਿਤ ਵੇਲੇ ਜਿਵੇਂ ਸਿੱਖ ਜਾਂਦਾ ਪੇਟ ਦੀ ਸਫਾਈ ਵਾਸਤੇ, ਮੈਂ ਸ਼ਬਦ ਵਰਤ ਲਵਾਂ, ਅੰਮ੍ਰਿਤ ਵੇਲੇ ਉੱਠ ਕੇ ਉਹ ਗੜਵਾ ਪਾਣੀ ਦਾ ਕੋਲ ਹੈ, ਸ੍ਰੀ ਸਾਹਿਬ ਕੋਲ ਹੈ, ਨੇਜਾ ਵੀ ਕੋਲ ਹੈ। ਬਾਬਾ ਬਘੇਲ ਸਿੰਘ ਜੀ ਜਾ ਰਹੇ ਨੇ। ਇਹਨੇ ਚਿਰ ਤੜਕੇ ਦਾ ਟਾਈਮ ਹੋਇਆ ਤੇ ਜਦੋਂ ਫੌਜ ਆ ਰਹੀ ਹੈ, ਕਹਿੰਦੇ ਨੇ ਉਦੋਂ ਕੁੱਤੇ ਭੌਂਕਣੇ ਸ਼ੁਰੂ ਹੋ ਗਏ ਤੇ ਸਿੰਘਾਂ ਨੂੰ ਪਤਾ ਲੱਗ ਗਿਆ ਜਿਹੜੇ ਕੁੱਤੇ ਭੌਂਕ ਰਹੇ ਨੇ, ਕੁਝ ਨਾ ਕੁਝ ਤੇ ਗੜਬੜ ਹੈ। ਇਹਨੇ ਚਿਰ ਨੂੰ ਬਾਬਾ ਬਘੇਲ ਸਿੰਘ ਨੇ ਕਿਹਾ ਵੀ ਕੌਣ ਆ ਰਿਹਾ ਇੱਧਰ? ਸਾਹਿਬ ਰਾਏ ਨੂੰ ਪਤਾ ਸੀ। ਉਹਨੇ ਕਿਹਾ ਪਵਾੜੇ ਦੀ ਜੜ ਸਾਰੀ ਇਹੋ ਜਿਹੀ, ਜਿਹੜਾ ਅਗਲੇ ਬੰਨੇ ਜਿਹਦੀ ਆਵਾਜ਼ ਉਹਨੇ ਆਵਾਜ਼ ਸਿਆਣ ਲਈ। ਉਹਨੇ ਕਿਹਾ ਪਵਾੜੇ ਦੀ ਜੜ ਇਹ ਹੈ। ਫਿਰ ਬਾਬਾ ਬਘੇਲ ਸਿੰਘ ਨੇ ਕਿਹਾ ਜੇ ਮੈਂ ਜਾਣਾ ਵਾਪਸ ਤੇ ਗੱਲ ਬਣਨੀ ਨਹੀਂ, ਇਹਨਾਂ ਦਾ ਮੁਕਾਬਲਾ ਕਰ। ਜਦੋਂ ਆਵਾਜ਼ ਆਏਗੀ ਆਵਾੜੇ ਵਿੱਚ ਸਿੰਘਾਂ ਨੂੰ ਆਪੇ ਪਤਾ ਲੱਗ ਜਾਣਾ, ਗੋਲੀ ਚੱਲੇਗੀ, ਕਿਰਪਾਨ ਦੀ ਆਵਾਜ਼ ਆਏਗੀ, ਆਪੇ ਪਤਾ ਤੇ ਲੱਗ ਹੀ ਜਾਣਾ। ਬਾਬਾ ਬਘੇਲ ਸਿੰਘ ਨੇ ਇਹਨਾਂ ਦਾ ਮੁਕਾਬਲਾ ਕੀਤਾ। ਗੱਲ ਅੰਦਰ ਤੱਕ ਪਹੁੰਚ ਗਈ ਸਿੱਖਾਂ ਕੋਲੇ ਵੀ ਬਾਹਰ ਕੁਝ ਵਾਪਰ ਰਿਹਾ। ਜਦੋਂ ਗੋਲੀ ਚੱਲੀ ਬਾਬਾ ਬਘੇਲ ਸਿੰਘ ਦੇ ਪੱਟ ਵਿੱਚ ਵੱਜ ਗਈ। ਗੋਲੀ ਚੱਲਣ ਤੋਂ ਬਾਅਦ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਬਾਹਰ ਕੁਝ ਹੋ ਰਿਹਾ। ਸਿੰਘ ਵੀ ਆਏ, ਮੁਕਾਬਲਾ ਹੁੰਦਾ ਹੈ। 25 ਘੋੜੇ ਖੁਆ ਕੇ ਚਲਿਆ ਗਿਆ। ਜਿਹੜਾ ਆਇਆ ਸੀ ਨਾ ਲੜਨ ਵਾਸਤੇ ਸਿੰਘਾਂ ਨਾਲ, ਉਹ ਆਪਣੇ 25 ਘੋੜੇ ਖੁਆ ਕੇ ਚਲਿਆ ਗਿਆ ਤੇ ਬੰਦੇ ਮਰਵਾ ਕੇ ਚਲਿਆ ਗਿਆ। ਇਹਦਾ ਭਤੀਜਾ ਸਕਾ ਮਾਰਿਆ ਗਿਆ। ਇਹ ਫਿਰ ਇੱਥੋਂ ਚੱਲਿਆ, ਇਹ ਪੱਟੀ ਨਹੀਂ ਆਇਆ, ਇਹ ਸਿੱਧਾ ਲਾਹੌਰ ਚਲਿਆ ਗਿਆ। ਬੜਾ ਸੰਖੇਪ ਜਿਹਾ ਮੈਂ ਚੱਲ ਰਿਹਾ। ਇਹ ਸਿੱਧਾ ਲਾਹੌਰ ਜਾਂਦਾ ਹੈ।
ਜ਼ਕਰੀਆ ਖਾਨ ਦੇ ਕੋਲੇ, ਆਪਣੇ ਭਤੀਜੇ ਦੀ ਲਾਸ਼ ਲੈ ਕੇ ਉਹਦੇ ਕੋਲੇ ਜਾ ਕੇ ਰੋ ਰੋ ਕੇ ਧਾਹਾਂ ਮਾਰ ਕੇ ਕਹਿੰਦਾ ਹੈ ਕਿ ਤੂੰ ਕਹਿੰਦਾ ਮੈਂ ਸਿੱਖ ਮੁਕਾ ਦਿੱਤੇ। ਕਿਉਂਕਿ ਜ਼ਕਰੀਆ ਖਾਨ ਜਿਹੜਾ ਸੀ ਨਾ, ਇਹ ਅਬਦੁਲ ਸਮਦ ਖਾਨ ਨੂੰ ਬਦਲ ਕੇ ਜ਼ਕਰੀਆ ਖਾਨ ਨੂੰ ਲਾਉਣ ਦਾ ਮਤਲਬ ਸੀ ਇਹ ਬੜਾ ਜਨੂਨੀ ਬੰਦਾ ਸੀ, ਇਹ ਸਿੱਖਾਂ ਦਾ ਅੱਤ ਦਰਜੇ ਦਾ ਵੈਰੀ ਸੀ, ਇਹਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਰੱਖੇ ਸਨ। ਇਸ ਕਰਕੇ ਉਹਨੇ ਉਹਨੂੰ ਚਿੜਾਇਆ, ਉਹਨੇ ਕਿਹਾ ਤੂੰ ਕਹਿੰਦਾ ਸਿੱਖ ਰਿਹਾ ਕੋਈ ਨਹੀਂ, ਮਾਰ ਦਿੱਤੇ ਸਾਰੇ। ਆਹ ਦੇਖ ਮੇਰਾ ਭਤੀਜਾ ਮਾਰਤਾ, ਮੈਂ 25 ਘੋੜੇ ਖਵਾ ਕੇ ਆਇਆ, ਆਪਣੀ ਫੌਜ ਮਰਵਾ ਕੇ ਆਇਆ। ਉਹਨੇ ਪੁੱਛਿਆ ਹੋਇਆ ਕੀ? ਕਹਿਣਗੇ ਤਾਰਾ ਸਿੰਘ ਵਾਂ ਪਿੰਡ ਵਿੱਚ ਬੈਠਾ ਹੈ, ਉਹ ਬਾਗੀ ਹੈ ਸਰਕਾਰ ਦਾ, ਪਹਿਲਾਂ ਉਹਨੇ ਸਾਡੇ ਚੌਧਰੀ ਨਾਲ ਆ ਕੁਝ ਕੀਤਾ, ਹੁਣ ਮੇਰੇ ਨਾਲ ਕੀਤਾ ਹੈ। ਜ਼ਕਰੀਆ ਖਾਨ ਨੇ ਉਤੋਂ ਫਿਰ ਫੌਜ ਦੇ ਕੇ ਤੋਰੀ ਮੋਮਨ ਖਾਨ ਤੇ ਤੱਕੀ ਬੇਗ ਨੂੰ। ਮੋਮਨ ਖਾਨ 2200 ਘੋੜ ਸਵਾਰ ਲੈ ਕੇ ਆਉਂਦਾ ਹੈ, ਨਾਲ ਤੱਕੀ ਬੇਗ ਆਉਂਦਾ, ਕਿਉਂਕਿ ਇਹਨਾਂ ਨੇ ਸਿੱਖਾਂ ਦੇ ਪਹਿਲਾਂ ਹੱਥ ਵੇਗ ਚੁੱਕੇ ਸਨ। ਉਹਨਾਂ ਨੂੰ ਪਤਾ ਸੀ ਵੀ ਸਿੱਖਾਂ ਦੇ ਨਾਲ ਲੋਹਾ ਲੈਣਾ ਕੋਈ ਸੌਖੀ ਗੱਲ ਨਹੀਂ। ਇਹ 2200 ਘੋੜ ਸਵਾਰ ਲੈ ਕੇ, 40 ਰੈਕਲੇ ਲੈ ਕੇ, 4 ਜਮੂਰ ਲੈ ਕੇ, 5 ਹਾਥੀ ਲੈ ਕੇ ਇਹ ਫਿਰ ਚੱਲਦਾ ਸਿੱਧਾ ਲਾਹੌਰ ਤੋਂ ਤੱਕੀ ਬੇਗ ਤੇ ਮੋਮਨ ਖਾਨ ਇਹ ਆਉਂਦੇ ਨੇ ਬਾਹ ਪਿੰਡ ਵਾਲੇ ਬੰਦੇ ਨੂੰ। ਜਦੋਂ ਘਵਿੰਡਾ ਪਿੰਡ ਦੇ ਕੋਲੇ ਪਹੁੰਚਦੇ ਨੇ ਆਪਣੀ ਫੌਜ ਲੈ ਕੇ, ਇੱਥੋਂ ਦਾ ਇੱਕ ਨੰਬਰਦਾਰ ਸੀ ਸੂਜਾ ਨੰਬਰਦਾਰ, ਬੜਾ ਉੱਪਲ ਗੋਤ ਸੀ ਉਹਦੀ ਤੇ ਬੜਾ ਹੀ ਸਿੱਖਾਂ ਨਾਲ, ਕਿਉਂਕਿ ਉਸ ਵੇਲੇ ਸਿੱਖ ਦੋ ਤਰ੍ਹਾਂ ਦੇ ਸਨ। ਦੋ ਤਰ੍ਹਾਂ ਦਾ ਮਤਲਬ ਇੱਕ ਮਿਲ ਵਰਤਣੀਏ, ਇੱਕ ਨਾ ਮਿਲ ਵਰਤਣੀਏ ਸਨ। ਜਿਹੜੇ ਮਿਲ ਵਰਤਣੀਏ ਸੀ ਉਹਨਾਂ ਦਾ ਮਤਲਬ ਸੀ ਵੀ ਸਰਕਾਰ ਨਾਲ ਵੀ ਆਪਣਾ ਸਾਂਝ ਥੋੜੀ ਜਿਹੀ ਰੱਖੋ, ਜੇ ਕੋਈ ਕੰਮ ਹੋਵੇ ਤੇ ਕਢਾ ਲਓ, ਨਾਲੇ ਸਰਕਾਰ ਦੀ ਸੂਹ ਮਿਲਦੀ ਰਹੇ ਵੀ ਸਰਕਾਰ ਚਾਹੁੰਦੀ ਕੀ ਆ, ਕਰ ਕੀ ਰਹੀ ਸਿੱਖਾਂ ਦੇ ਨਾਲ। ਦੂਜੇ ਸਨ ਨਾ ਮਿਲ ਵਰਤਣੀਏ। ਨਾ ਮਿਲ ਵਰਤਣੀਏ ਉਹ ਸੀ ਜਿਹੜੇ ਕਹਿੰਦੇ ਸੀ ਕਿਸੇ ਵੀ ਕੀਮਤ ਤੇ ਸਰਕਾਰ ਨਾਲ ਕੋਈ ਸਮਝੌਤਾ ਨਹੀਂ, ਅਸੀਂ ਟੱਕਰ ਲੈਣੀ ਹੈ। ਦੋ ਤਰ੍ਹਾਂ ਦੇ ਸਨ। ਇਸ ਕਰਕੇ ਜਿਹਦੇ ਚ ਕਹਿ ਲਓ ਕਿ ਸ਼ਵੇਗ ਸਿੰਘ ਹੈ ਤਾਂ ਹੁਣ ਸਰਕਾਰ ਦੀ ਨੌਕਰੀ ਕਰਦਾ ਹੈ, ਪਰ ਦੂਸਰੇ ਬੰਨੇ ਕਹਿ ਲਓ ਕਿ ਜਦੋਂ ਕਿਤੇ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਤੱਕ ਖਬਰ ਵੀ ਪਹੁੰਚਾ ਦਿੰਦਾ ਹੈ। ਨਵਾਬੀ ਵੀ ਉਹੀ ਲੈ ਕੇ ਆਏ ਸਨ। ਮੈਂ ਬੇਨਤੀ ਕਰਨ ਲੱਗਿਆ ਕਿ ਇਹ ਜਿਹੜਾ ਸੂਜਾ ਨੰਬਰਦਾਰ ਸੀ, ਇਹਨੇ ਜਦੋਂ ਵੇਖਿਆ ਘਵਿੰਡਾ ਪਿੰਡ ਨੂੰ ਆ ਕੇ ਫੌਜ ਨੇ ਘੇਰਾ ਪਾ ਲਿਆ, ਇਹਨੇ ਚੌਧਰੀ ਨੂੰ ਪੁੱਛਿਆ, ਮੋਹਮਨ ਖਾਨ ਨੂੰ ਪੁੱਛਿਆ, ਹਾਕਮਾਂ ਨੂੰ ਪੁੱਛਿਆ ਕਿ ਤੁਸੀਂ ਇੱਧਰ ਕਿਵੇਂ? ਉਹਨੇ ਕਿਹਾ ਅਸੀਂ ਵਾਂ ਪਿੰਡ ਨੂੰ ਘੇਰਿਆ ਤੇ ਇੱਥੇ ਤਾਰੇ ਨੂੰ ਅਸੀਂ ਫੜਨ ਵਾਸਤੇ ਜਿਹੜੇ ਸ਼ਬਦ ਉਹਨਾਂ ਵਰਤੇ। ਉਹਨੇ ਕਿਹਾ ਵੀ ਇਹ ਵਾਂ ਪਿੰਡ ਤਾਂ ਹੈ ਹੀ ਨਹੀਂ, ਇਹ ਤਾਂ ਪਿੰਡ ਘਵਿੰਡਾ ਹੈ, ਵਾਂ ਪਿੰਡ ਹੋਰ ਬੰਨੇ ਹੈ। ਉਹਨੇ ਕੀ ਕੀਤਾ, ਆਪਣੇ ਭਰਾ ਨੂੰ ਕਿਹਾ ਵੀ ਮੈਂ ਇਹਨਾਂ ਨੂੰ ਫੌਜ ਨੂੰ ਇੱਧਰ ਉੱਧਰ ਘੁਮਾਈ ਫਿਰਦਾ ਤੇ ਤੂੰ ਬਾਬਾ ਤਾਰਾ ਸਿੰਘ ਨੂੰ ਜਾ ਕੇ ਦੱਸ ਦੇ ਵੀ ਜਾਂ ਤੇ ਚਲੇ ਜਾਣ ਇੱਥੋਂ ਜਾਂ ਫਿਰ ਆਪਣੀ ਤਿਆਰੀ ਕਰ ਲੈਣ। ਪਹਿਲੀ ਗੱਲ ਤਾਂ ਉਹਨਾਂ ਨੂੰ ਸੁਨੇਹਾ ਦੇ ਦੇ ਵੀ ਕੋਈ ਸਮਾਂ ਟਾਲ ਦੇਣ। ਇਹਦਾ ਜਿਹੜਾ ਸੂਜੇ ਦਾ ਭਰਾ ਸੀ ਨੰਬਰਦਾਰ ਦਾ, ਇਹ ਸਿੱਧਾ ਪਹੁੰਚਿਆ ਬਾਬਾ ਤਾਰਾ ਸਿੰਘ ਵਾਂ ਦੇ ਡੇਰੇ। ਇੱਧਰ ਸੂਜਾ ਜਿਹੜਾ ਸੀ ਨੰਬਰਦਾਰ, ਇਹਨੇ ਫੌਜ ਨੂੰ ਇੱਧਰ ਉੱਧਰ ਘੁਮਾਈ ਰੱਖਿਆ, ਕਦੀ ਇਹਨਾਂ ਨੂੰ ਲੈ ਜਾਵੇ, ਕਦੀ ਸਮਾਂ ਟਾਲ ਰਿਹਾ ਸੀ। ਇਹ ਵੀ ਤੱਕ ਮਦਦ ਹੀ ਹੈ ਨਾ ਸਿੱਖ ਕਰ ਰਿਹਾ ਕਿ ਫੌਜ ਇੱਧਰ ਉੱਧਰ ਘੁਮਾ ਦਿਓ ਤਾਂ ਕਿ ਸਿੰਘਾਂ ਤੱਕ ਖਬਰ ਪਹੁੰਚ। ਵੈਸੇ ਇੱਕ ਲਾਹੌਰ ਤੋਂ ਬੰਦਾ ਇਸੇ ਫੌਜ ਦੇ ਵਿੱਚੋਂ ਹਜੂਰਾ ਸਿੰਘ ਵੀ ਆਇਆ ਸੀ। ਮੈਂ ਤਾਂ ਕਿਹਾ ਮੈਂ ਕੁਝ ਗੱਲਾਂ ਛੱਡ ਰਿਹਾ ਕਿਉਂਕਿ ਸਮਾਂ ਘੱਟ ਹੈ। ਇਹ ਹਜੂਰਾ ਸਿੰਘ ਇਸ ਫੌਜ ਵਿੱਚ ਸੀ ਜਿਹੜਾ ਸਿੰਘਾਂ ਨਾਲ ਲੜਨ ਵਾਸਤੇ ਆਇਆ ਸੀ। ਉਹ ਵੀ ਰਾਤੋਂ ਰਾਤ ਬਾਬਾ ਤਾਰਾ ਸਿੰਘ ਕੋਲੇ ਪਹੁੰਚ ਗਿਆ ਸੀ। ਕਹਿੰਦਾ ਸੀ ਬਾਬਾ ਜੀ ਆਉਣਾ ਤਾਂ ਸਾਨੂੰ ਮਜਬੂਰੀ ਕਾਰਨ ਲੜਨ ਤੁਹਾਡੇ ਨਾਲ ਪੈਣਾ ਹੀ ਹੈ। ਇਹੋ ਜਿਹੇ ਵੀ ਲੋਕ ਸਨ। ਵੇਖੋ ਕਹਿੰਦੇ ਸਾਨੂੰ ਆਉਣਾ ਪੈਣਾ ਕਿਉਂਕਿ ਫੌਜ ਦੀ ਅਸੀਂ ਉਹਦੀ ਨੌਕਰੀ ਕਰ ਰਹੇ ਹਾਂ, ਪਰ ਸਾਡੀ ਰਹਿ ਹੈ ਵੀ ਤੁਸੀਂ ਇੱਥੋਂ ਟਾਲਾ ਕਰ ਦਿਓ। ਬਾਬਾ ਤਾਰਾ ਸਿੰਘ ਨੇ ਕਿਹਾ ਤੇਰਾ ਧੰਨਵਾਦ ਹਜੂਰਾ ਸਿੰਘ, ਤੇਰਾ ਧੰਨਵਾਦ, ਤੂੰ ਖਬਰ ਦਿੱਤੀ ਹੈ, ਤੂੰ ਸਾਡੇ ਨਾਲ ਹਮਦਰਦੀ ਰੱਖਦਾ ਹੈ। ਬਾਬਾ ਤਾਰਾ ਸਿੰਘ ਨੇ ਕਿਹਾ ਤੈਨੂੰ ਅਸੀਂ ਕੁਝ ਨਹੀਂ ਕਵਾਂਗੇ, ਤੂੰ ਜਾ ਕੇ ਵਾਪਸ ਆਪਣੀ ਫੌਜ ਵਿੱਚ ਚਲਿਆ ਜਾ। ਹੁਣ ਸਿੰਘਾਂ ਨੇ ਜਾਣਾ ਨਹੀਂ, ਇੱਥੇ ਤਾਂ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰਾਂਗੇ। ਹੁਣ ਸ਼ਹਾਦਤ ਦੇ ਜਾਮ ਪੀਵਾਂਗੇ, ਜਾਣਾ ਨਹੀਂ। ਮੈਂ ਬੇਨਤੀ ਕਰ ਰਿਹਾ ਕਿ ਸੂਜੇ ਦਾ ਭਰਾ ਜਾਂਦਾ ਹੈ, ਉਹ ਜਾ ਕੇ ਬਾਬਾ ਤਾਰਾ ਸਿੰਘ ਨੂੰ ਸਾਰੀ ਵਾਰਤਾ ਸੁਣਾਉਂਦਾ ਹੈ ਤੇ ਬਾਬਾ ਤਾਰਾ ਸਿੰਘ ਜੀ ਕਹਿੰਦੇ ਨਹੀਂ, ਇੱਥੋਂ ਹੁਣ ਜਾਣ ਦਾ ਕੋਈ ਸਾਡਾ ਮਨ ਨਹੀਂ ਹੈ, ਇੱਥੇ ਸ਼ਹਾਦਤ ਦਾ ਜਾਮ ਪੀਵਾਂਗੇ। ਸਾਧ ਸੰਗਤ ਜੀ ਇਹ ਵਾਪਸ ਆ ਜਾਂਦਾ ਹੈ। ਇੰਨੇ ਚਿਰ ਨੂੰ ਸੂਜੇ ਨੇ ਕੀ ਕੀਤਾ, ਨੰਬਰਦਾਰ ਨੇ ਉਹਨੇ ਡੱਲ ਪਿੰਡ ਦੇ ਵਿੱਚ ਫੌਜ ਵਾੜ ਦਿੱਤੀ। ਆਪ ਖਿਸਕ ਗਿਆ, ਦੱਸਿਆ ਨੇ ਵੀ ਕਿਹੜਾ ਪਿੰਡ ਹੈ। ਇਹ ਜਦੋਂ ਫੌਜ ਡੱਲ ਪਿੰਡ ਵਿੱਚ ਆਉਂਦੀ ਹੈ, ਡੱਲ ਨੂੰ ਘੇਰ ਲਿਆ ਉਹਨਾਂ ਨੇ। ਡੱਲ ਪਿੰਡ ਜਿਹੜਾ ਉਹਨੂੰ ਘੇਰ ਲਿਆ, ਚਾਰ ਫੇਰੇ ਘੇਰ ਕੇ ਇੱਥੇ ਫਿਰ ਉਹਨਾਂ ਨੇ ਇੱਥੋਂ ਦੇ ਚੌਧਰੀ ਨੰਬਰਦਾਰ ਕਹਿ ਲਓ ਜਿਹੜੇ ਲੋਕ ਸਨ ਉਠਾਇਆ ਉਹਨਾਂ ਨੂੰ। ਇਸ ਦਾ ਬਲਾਕੀ ਇੱਕ ਨੰਬਰਦਾਰ ਸੀ ਜਿਹੜਾ ਇਸ ਪਿੰਡ ਦਾ, ਡੱਲ ਪਿੰਡ ਦਾ ਬਲਾਕੀ ਸੀ ਉਹਦਾ ਨਾਮ। ਉਹਨੂੰ ਜਦੋਂ ਪਤਾ ਲੱਗਿਆ ਉਹਨੇ ਗੱਲ ਕਹਿਤੀ, ਕਹਿੰਦਾ ਵੀ ਅਸਲ 'ਚ ਗੱਲ ਇਹ ਬਣੀ ਜਿਹੜਾ ਸੂਜਾ ਨੰਬਰਦਾਰ ਉਹ ਸਾਡੇ ਨਾਲ ਖੌ ਰੱਖਦਾ ਪਿੰਡ ਦੇ ਨਾਲ, ਸਾਡੀ ਤੇ ਉਹਦੀ ਬਣਦੀ ਨਹੀਂ। ਉਹਨੇ ਜਾਣ ਬੁੱਝ ਕੇ ਸਾਡੇ ਪਿੰਡ ਨੂੰ ਘੇਰਾ ਪਵਾਇਆ ਕਿਉਂਕਿ ਬਾਹ ਪਿੰਡ ਨਹੀਂ, ਇਹ ਡੱਲ ਪਿੰਡ ਹੈ। ਬਾਹ ਪਿੰਡ ਹੋ ਅੱਗੇ ਹੈ। ਮੋਮਨ ਖਾਨ ਵੀ ਹੈਰਾਨ ਹੈ, ਤੱਕੀ ਬੇਗ ਵੀ ਹੈਰਾਨ ਹੈ ਵੀ ਹੋ ਕੀ ਰਿਹਾ ਹੈ। ਸਾਧ ਸੰਗਤ ਜੀ ਇਸ ਬੰਦੇ ਨੇ ਵਫਾਦਾਰੀ ਨਹੀਂ ਕੋਈ ਕੀਤੀ, ਬਲਾਕੀ ਨੇ।
ਇਹਨੇ ਫੌਜ ਨੂੰ ਰਾਸ਼ਨ ਪਾਣੀ ਵੀ ਛਕਾਇਆ, ਉਹਨਾਂ ਦੀ ਆਓ ਭਗਤ ਵੀ ਕੀਤੀ ਹੈ। ਇਹ ਫਿਰ ਫੌਜ ਚੜ੍ਹਦੀ ਹੈ, ਇੱਧਰ ਕੁਝ ਦੱਸਦਾ ਵੀ ਬਾਹ ਪਿੰਡ ਅੱਗੇ ਹੈ। ਮੋਮਨ ਖਾਂ ਤੱਕੀ ਬੇਗ ਇਹ ਫੌਜ ਲੈ ਕੇ ਫਿਰ ਜਾਂਦੇ ਬਾਬਾ ਤਾਰਾ ਸਿੰਘ ਬਾਹ ਉਸ ਨਗਰ ਦੇ ਵਿੱਚ ਪਹੁੰਚ ਜਾਂਦੇ ਹੈ। ਉਸ ਨੂੰ ਘੇਰਾ ਪਾਇਆ ਜਾਂਦਾ ਹੈ ਤੇ ਸਾਧ ਸੰਗਤ ਜੀ ਬਾਬਾ ਤਾਰਾ ਸਿੰਘ ਨੂੰ ਪਤਾ ਲੱਗ ਜਾਂਦਾ ਹੈ। ਉਹ ਫਿਰ ਸਿੰਘਾਂ ਦੇ ਇਸ਼ਨਾਨ ਕਰਵਾਉਂਦੇ ਬਾਬਾ ਤਾਰਾ ਸਿੰਘ ਜੀ ਖੁਦ ਆਪ। ਕਹਿੰਦੇ ਸਿੰਘਾਂ ਦਾ ਇਸ਼ਨਾਨ ਕਰਾਉਣ ਤੋਂ ਬਾਅਦ ਜਦੋਂ, ਕਿਉਂਕਿ ਅੰਮ੍ਰਿਤ ਵੇਲੇ ਸਿੰਘਾਂ ਨੇ ਇਸ਼ਨਾਨ ਤਾਂ ਕੀਤਾ ਸੀ, ਪਰ ਇਤਿਹਾਸ ਕਹਿ ਰਿਹਾ ਦੁਬਾਰਾ ਫਿਰ ਸਿੰਘਾਂ ਦੇ ਇਸ਼ਨਾਨ ਕਰਵਾਏ। ਇਸ਼ਨਾਨ ਕਰਵਾਉਣ ਤੋਂ ਬਾਅਦ ਸਿੰਘਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਨਹੀਂ ਇਸ਼ਨਾਨ ਕੀਤਾ ਆਪ। ਉਹ ਕਹਿਣ ਲੱਗੇ ਮੈਂ ਆਪਣਾ ਇਸ਼ਨਾਨ ਖੂਨ ਦੇ ਨਾਲ ਕਰਨਾ, ਅੱਜ ਮੈਂ ਇਸ਼ਨਾਨ ਆਪਣਾ ਖੂਨ ਦੇ ਨਾਲ ਕਰਾਂਗਾ। ਤੇ ਜਿਹੜੇ ਬਾਬਾ ਤਾਰਾ ਸਿੰਘ ਜੀ ਦੇ ਨਾਲ ਸਿੱਖ ਸਨ ਸ਼ਹੀਦ ਹੋਣ ਵਾਲੇ, ਤਕਰੀਬਨ ਉਹਨਾਂ ਦੀ ਗਿਣਤੀ 18-19 ਦੇ ਕਰੀਬ ਬਣਦੀ। ਇਹ ਸਾਰੇ ਲਾਗੇ ਲਾਗੇ ਪਿੰਡਾਂ ਦੇ ਨੇ, ਸਿਰਫ 3-4 ਪਾਸੋਂ ਦੇ ਨੇ। 3 ਸਿੱਖ ਮੁਲਤਾਨੀਏ ਨੇ ਤੇ ਇੱਕ ਸਾਹਣੇ ਦਾ ਜਿਹੜਾ ਅੰਮ੍ਰਿਤਸਰ ਦੇ ਨੇੜੇ ਭੋੜੂ ਜਿਹੜਾ ਪਿੰਡ ਹੈ ਨਾ, ਉਹਦੇ ਲਾਗੇ ਸਾਹਗੜਾ ਪਿੰਡ, ਬਾਕੀ ਨੇੜੇ ਨੇੜੇ ਦੇ ਨੇ। ਉਹਨਾਂ ਦੇ ਨਾਮ ਵੀ ਕੁਝ ਨੇ, ਮੈਂ ਜ਼ਿਕਰ ਕਰ ਦਿਆਂਗਾ, ਸ਼ਾਇਦ ਮੇਰੇ ਕੋਲ ਕੋਈ ਰਹਿ ਜਾਏ। ਉਹਦੇ ਵਿੱਚ ਜਿਵੇਂ ਵਧਾਵਾ ਸਿੰਘ, ਕੋਇਰ ਸਿੰਘ, ਇਸੇ ਤਰ੍ਹਾਂ ਸੂਰਾ ਸਿੰਘ, ਮਾਹੀ ਸਿੰਘ, ਮੇਘ ਸਿੰਘ, ਬਲਾਕਾ ਸਿੰਘ, ਇਸ ਤਰ੍ਹਾਂ ਜੋਧ ਸਿੰਘ, ਮਾਹੀ ਸਿੰਘ, ਬਾਦਲ ਸਿੰਘ, ਮਾਲੀ ਸਿੰਘ, ਗੁਰਬਖਸ਼ ਸਿੰਘ, ਅਮਰ ਸਿੰਘ, ਬਘੇਲ ਸਿੰਘ, ਭਾਈ ਲਖਵੀਰ ਸਿੰਘ, ਇਸ ਤਰ੍ਹਾਂ ਜਿਹੜਾ ਭੋਗ ਸਿੰਘ, ਲਾਭ ਸਿੰਘ, ਇਹ ਜਿਹੜੇ ਲੋਕ ਸਨ, ਇਹ ਜਿਹੜੇ ਸਿੱਖ ਸਨ, ਤੇ ਸੰਗਤ ਸਿੰਘ, ਤਕਰੀਬਨ 18-19 ਬਣਦੇ ਆ ਜਿਹੜੇ ਉਸ ਵੇਲੇ 2200 ਫੌਜ ਦੇ ਨਾਲ ਜਿਹਨਾਂ ਮੁਕਾਬਲਾ ਕਰਨਾ। ਤੇ ਤੱਕੀ ਬੇਗ ਵੀ ਲੈ ਕੇ ਆਇਆ ਕੋਈ ਫੌਜ। ਜਦੋਂ ਸਾਧ ਸੰਗਤ ਜੀ ਪਹੁੰਚ ਜਾਂਦੇ ਆ, ਹੁਣ ਗੱਲ ਸ਼ੁਰੂ ਹੁੰਦੀ ਹੈ ਜੰਗ ਦੀ। ਬਾਬਾ ਤਾਰਾ ਸਿੰਘ ਨੇ ਕਿਹਾ ਵੀ ਹੁਣ ਮੈਦਾਨ ਵਿੱਚ ਤਾਂ ਨਿੱਤਰਨਾ ਹੀ ਪੈਣਾ ਬਾਹਰ। ਇਧਰ ਤੱਕੀ ਬੇਗ ਤੇ ਮੋਮਨ ਖਾਂ ਇਹ ਹੱਲਾ ਕਰਦੇ ਆ। ਬਾਬਾ ਤਾਰਾ ਸਿੰਘ ਨੇ ਸਿੰਘਾਂ ਨੂੰ ਕਿਹਾ ਆਓ ਹੁਣ ਮੌਕਾ ਹੈ ਉਹ ਸ਼ਬਦ ਪੜਨ ਦਾ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛਾਡੈ ਖੇਤ। ਬਾਬਾ ਤਾਰਾ ਸਿੰਘ ਨੇ ਕਿਹਾ ਉਹ ਪੜੀਏ ਕਿ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੈ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੌਰਾ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾ, ਖੇਤ ਜੋ ਮਾਂਡਿਓ ਸੂਰਮਾ ਅੱਜ ਅਬ ਜੂਝਣ ਕੋ ਦਾ। ਜਦੋਂ ਇਹ ਦੋਹਰੇ ਪੜੇ ਗਏ, ਸਿੱਖਾਂ ਨੇ 20 ਰਸ ਵਿੱਚ ਪੜੇ, ਨਗਾਰੇ ਤੇ ਚੋਟ ਵੱਜੀ ਤੇ ਸਾਧ ਸੰਗਤ ਜੀ ਸਿੰਘ ਮੈਦਾਨੇ ਜੰਗ ਵਿੱਚ ਨਿੱਤਰ ਆਏ ਬਾਹਰ। ਭਾਈ ਬਾਬਾ ਤਾਰਾ ਸਿੰਘ ਨੇ ਕਿਹਾ, ਉਹਨੇ ਕਿਹਾ ਲਖਵੀਰ ਸਿੰਘਾ ਅੱਜ ਲੋੜ ਹੈ ਉਹ ਸਾਰਾ ਕੁਝ ਵਿਖਾਉਣ ਦੀ। ਜਦੋਂ 2 ਮੱਝਾਂ ਜਿਹੜੀਆਂ ਸਨ ਇਹ ਬਰਾਬਰ ਖਿਲਾਰ ਕੇ, ਤੇ ਲਖਵੀਰ ਸਿੰਘ ਘਰਿਆਲੇ ਵਾਲਾ ਛਾਲ ਮਾਰ ਕੇ 2 ਮੱਝਾਂ ਤੋਂ ਟੱਪ ਜਾਂਦਾ ਸੀ। ਬਾਬਾ ਤਾਰਾ ਸਿੰਘ ਨੇ ਕਿਹਾ ਸਾਰਾ ਕੁਝ ਹੁਣ ਜ਼ੋਰ ਵਿਖਾਉਣ ਦੀ ਲੋੜ ਹੈ। ਉਹ ਫਿਰ ਵਿਖਾਏ ਗੁਰੂ ਕੇ ਸਿੱਖਾਂ ਨੇ, ਜਿਹੜੇ ਹਾਥੀਆਂ ਦੇ ਚੜ ਕੇ ਆਏ ਸਨ। ਭੀਮ ਸਿੰਘ ਵਰਗਿਆਂ ਨੇ ਫਿਰ ਹਾਥੀ ਦੇ ਉੱਤੇ ਚੜ ਕੇ ਇਹਨਾਂ ਦੇ ਚੇਲੇ ਨੂੰ ਉਹਦਾ ਸਿਰ ਵੱਢਿਆ, ਹਾਥੀ ਦੇ ਉੱਤੇ ਚੜ ਕੇ ਉਹਦੇ ਉੱਤੇ ਬਹਿ ਗਿਆ। ਉਹਦੀ ਜਿਹੜੀ ਕਿਰਪਾਨ ਸੀ ਜਦੋਂ ਹੱਥ ਮਾਰੀ ਉਹਨੇ ਜ਼ੋਰ ਨਾਲ, ਤੇ ਜਿਹੜਾ ਉਹ ਬੰਦਾ ਉੱਤੇ ਬੈਠਾ ਹੁੰਦਾ ਹੈ ਉਹਦੇ ਹੱਥ ਵਿੱਚ ਇੱਕ ਸੀਖ ਹੁੰਦੀ ਹੈ, ਕੁੰਡਾ ਹੁੰਦਾ ਹੈ ਜਿਹੜਾ ਹਾਥੀ ਦੇ ਸਿਰ ਵਿੱਚ ਮਾਰਦਾ ਹੈ, ਉਹਦੇ ਨਾਲ ਵੱਜੀ ਤੇ ਕਿਰਪਾਨ ਦੇ 2 ਟੋਟੇ ਹੋ ਗਏ। ਉਹ ਅੱਧੀ ਕਿਰਪਾਨ ਦੇ ਨਾਲ ਲੜਦਾ ਰਿਹਾ। ਇਹਨੇ ਚਲੋ ਦੂਜਾ ਸਿੰਘ ਚੜਿਆ ਤੇ ਉਹਨੇ ਉਹਦਾ ਸਿਰ ਲਾ ਕੇ ਥੱਲੇ ਰੱਖ ਦਿੱਤਾ। ਇਧਰੋਂ ਤੱਕੀ ਬੇਗ ਆਉਂਦਾ ਹੈ। ਤੱਕੀ ਬੇਗ ਬਾਬਾ ਤਾਰਾ ਸਿੰਘ ਨੂੰ ਵੰਗਾਰਦਾ ਹੈ। ਬਾਬਾ ਤਾਰਾ ਸਿੰਘ ਨੇ ਵੇਖਿਆ ਵੀ ਸਾਰਾ ਸੰਜੋਗ ਨਾਲ ਮੜਿਆ ਪਿਆ। ਬਾਬਾ ਤਾਰਾ ਸਿੰਘ ਜੀ ਅੱਗੇ ਵਧਦੇ ਆ, ਸਾਰਾ ਸੰਜੋਗ ਨਾਲ ਮੜੇ ਹੋਏ ਨੂੰ ਹੁਣ ਤੱਕੀ ਬੇਗ ਨੂੰ ਕਿਵੇਂ ਜ਼ਖਮੀ ਕੀਤਾ, ਤੁਸੀਂ ਹੈਰਾਨ। ਤੁਸੀਂ ਇੱਥੋਂ ਦੇਖੋ ਵੀ ਸਿੱਖਾਂ ਦਾ ਅਭਿਆਸ ਕਿੰਨਾ ਸੀ। ਏਡਾ ਵੱਡਾ ਅਭਿਆਸੀ ਸਿੱਖ ਵੀ ਜਿੰਨੇ ਚਿਰ ਵਿੱਚ ਉਹਨੇ ਯਾ ਐਲੀ ਦਾ ਨਾਰਾ ਮਾਰਨਾ, ਉਹਨੇ ਚਿਰ ਵਿੱਚ ਉਹਦੇ ਮੂੰਹ ਵਿੱਚ ਬਰਸ਼ਾ ਲੰਘਾ ਦੇਣਾ। ਇਹ ਕੋਈ ਸੌਖੀ ਗੱਲ ਨਹੀਂ ਹੈ। ਇਹਦਾ ਮਤਲਬ ਹੀ ਉਹ ਕਿੰਨਾ ਅਭਿਆਸੀ ਸੀ ਸਿੱਖ। ਉਹ ਜਿਹੜੇ ਜਦੋਂ ਉਹਨੇ ਯਾ ਅਲੀ ਦਾ ਨਾਰਾ ਮਾਰਿਆ, ਬਾਬਾ ਤਾਰਾ ਸਿੰਘ ਨੇ ਫਿਰ ਬਰਸ਼ਾ ਠੋਕਿਆ ਉਹਦੇ ਮੂੰਹ ਵਿੱਚ ਤੇ ਬਾਹਰ ਕੱਢ ਲਿਆ। ਮੁੜ ਕੇ ਉਹਦੇ ਦੰਦ ਭੱਜ ਗਏ, ਜਬਾੜਾ ਪਾਟਿਆ ਤੇ ਖੂਨ ਦਾ ਫੁਹਾਰਾ ਨਿਕਲਿਆ। ਇਤਿਹਾਸਕਾਰ ਕਹਿੰਦੇ ਆ ਪਿੱਛੇ ਨੂੰ ਮੁੜਿਆ ਤੇ ਮੋਮਨ ਖਾਂ ਨੇ ਮਖੌਲ ਕੀਤਾ ਇਹਨੂੰ। ਉਹਨੇ ਕਿਹਾ ਤੱਕੀ ਬੇਗ ਬੜਾ ਸੋਹਣਾ ਪਾਨ ਚੱਬ ਰਿਹਾ। ਉਹਨੇ ਕਿਹਾ ਹਾਂ ਪਾਨ ਵਾਕਿਆ ਬੜਾ ਸੋਹਣਾ ਹੈ, ਪਰ ਇਹ ਮਿਲਦਾ ਬਾਬੇ ਤਾਰਾ ਸਿੰਘ ਕੋਲੋਂ ਹੈ, ਇਹ ਦੇਵੇਗਾ ਉਹੀ। ਇੱਕ ਮੈਂ ਜ਼ਿਕਰ ਕਰਦਾ ਥੋੜਾ ਜਿਹਾ। ਅਸੀਂ ਕਈ ਵਾਰ ਸ਼ਬਦ ਵਰਦੇ, ਚਲੋ ਗੁਰਮੁਖ ਪਿਆਰੇ ਕਵੀਸ਼ਰ ਵੀਰ ਬੈਠੇ ਆ, ਗੱਲ ਬੜੀ ਸਮਝਣ ਵਾਲੀ। ਅਸੀਂ ਕਈ ਵਾਰ ਸ਼ਬਦ ਵਰਦੇ ਆ ਵੀ ਸਿੰਘਾਂ ਨੇ ਬੀੜਾ ਚੁੱਕ ਲਿਆ, ਇਸ ਕੰਮ ਦਾ ਬੀੜਾ ਚੁੱਕ ਲਿਆ। ਮੈਂ ਵਿਦਵਾਨਾਂ ਨੂੰ ਜੋ ਖੋਜਿਆ, ਪੜ੍ਹਿਆ, ਵਿਚਾਰਿਆ, ਉਹ ਕਹਿੰਦੇ ਨੇ ਬੀੜਾ ਸ਼ਬਦ ਸਿੱਖਾਂ ਵਾਸਤੇ ਨਹੀਂ ਵਰਤਣਾ ਚਾਹੀਦਾ, ਕਿਉਂਕਿ ਇਹ ਪਾਨ ਦਾ ਬਣਿਆ ਹੋਇਆ, ਤਮਾਕੂ ਦਾ ਬਣਿਆ ਹੁੰਦਾ। ਜਦੋਂ ਕੋਈ ਜਰਨੈਲ ਮੈਦਾਨੇ ਜੰਗ ਵਿੱਚ ਆਉਣਾ ਹੁੰਦਾ ਨਾ ਕਿਸੇ ਨੇ, ਉਦੋਂ ਫਿਰ ਉਹ ਕੀ ਕਰਦੇ ਨੇ ਕਿ ਬਾਦਸ਼ਾਹ ਕਹਿੰਦਾ
ਕਹਿੰਦਾ ਕਿਹੜਾ ਜਰਨੈਲ ਹੈ ਜਿਹੜਾ ਫਲਾਨੀ ਜਗ੍ਹਾ ਤੇ ਮੁਹਿੰਮ ਤੋਂ ਜਾਏਗਾ ਤੇ ਫਤਿਹ ਹਾਸਲ ਕਰਕੇ ਆਵੇ, ਉਹ ਕੌਣ ਹੈ? ਫਿਰ ਜਿਹੜਾ ਨਿੱਤਰਦਾ ਸੀ ਮੈਦਾਨ ਵਿੱਚ ਕਿ ਮੈਂ ਜਾਵਾਂਗੇ, ਜਿਵੇਂ ਮੋਮਨ ਖਾਂ ਕਹਿ ਲਓ, ਤੱਕੀ ਵੇਖ ਕਹਿ ਲਓ ਵੀ ਅਸੀਂ ਜਾਵਾਂਗੇ, ਉਹ ਫਿਰ ਕਹਿੰਦਾ ਸੀ ਆ ਚੱਕ ਪਾਉਣ ਦਾ ਬੀੜਾ, ਉਹ ਕਹਿੰਦੇ ਬੀੜਾ ਚੁੱਕ ਲਿਆ ਨੇ, ਇਸ ਕੰਮ ਦਾ ਨੇ ਬੀੜਾ ਚੁੱਕ ਲਿਆ। ਇਸ ਕਰਕੇ ਮੇਰਾ ਕਹਿਣ ਤੋਂ ਭਾਵ ਹੈ ਕਿ ਸਿੱਖਾਂ ਇਹ ਕਈ ਵਾਰ ਅਣਜਾਣੇ 'ਚ ਗਲਤੀ ਹੋ ਜਾਂਦੀ, ਜਾਣਬੁੱਝ ਕੇ ਨਹੀਂ ਸੀ ਕਰਦੇ ਹੁੰਦੇ, ਨਾ ਪਤਾ ਹੋਣ ਕਰਕੇ ਅਣਜਾਣੇ 'ਚ ਆਪਾਂ ਆਮ ਹੀ ਸ਼ਬਦ ਵਰਤ ਦਿੰਦੇ ਆ ਵੀ ਫਲਾਣੇ ਬੰਦੇ ਨੇ ਬੀੜਾ ਚੁੱਕਿਆ ਕੰਮ ਕਰਨ ਦਾ। ਇਸ ਕਰਕੇ ਆਪਾਂ ਨਹੀਂ ਕਦੀ ਇਹ ਸ਼ਬਦ ਵਰਤਣਾ, ਭਾਵੇਂ ਸੁਭਾਅ ਨੂੰ ਵਰਤ ਲੈਂਦੇ, ਭਾਵੇਂ ਅਸੀਂ ਆਪਣੇ ਆਮ ਕੰਮਾਂ ਕਾਰਾਂ 'ਚ ਕਹਿ ਦਿੰਦੇ ਆ ਵੀ ਮੈਂ ਤਾਂ ਹੁਣ ਇਸ ਕੰਮ ਦਾ ਬੀੜਾ ਚੁੱਕ ਲਿਆ, ਮੈਂ ਕਰਕੇ ਹਟਣਾ ਹੈ। ਤਾਂ ਬੀੜੇ ਦਾ ਮਤਲਬ ਹੈ ਪਾਨ ਵਾਲੀ ਡੱਬੀ, ਤੰਬਾਕੂ ਵਾਲੀ ਡੱਬੀ ਜਿਹੜੀ ਉਹ ਮੂੰਹ 'ਚ ਪਾ ਕੇ ਖਾ ਕੇ ਤੁਰਦੇ ਸਨ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਉਹਨੇ ਕਿਹਾ ਕਿ ਤੱਕੀ ਬੇਗ ਨੇ ਕਿਹਾ ਪਾਹਣ ਵੰਡ ਰਿਹਾ ਬਾਬਾ ਤਾਰਾ ਸਿੰਘ ਵਾਹਾਂ ਵਾਲਾ ਉਹਦੇ ਕੋਲੋਂ ਜਾ ਕੇ ਪ੍ਰਾਪਤ ਕਰ ਲੈ। ਆਖਿਰਕਾਰ ਮੋਮਨ ਖਾਂ ਵੀ ਸਾਹਮਣੇ ਆਉਂਦਾ ਹੈ। ਇਉਂ ਕਹਿ ਲਓ ਵੀ ਸਿੰਘ ਲੜਦੇ ਲੜਦੇ ਸ਼ਹਾਦਤ ਦਾ ਜਾਮ ਪੀ ਰਹੇ ਨੇ। ਭਾਈ ਲਖਬੀਰ ਸਿੰਘ ਸ਼ਹੀਦ ਹੋ ਰਿਹਾ ਹੈ, ਭਾਈ ਭੀਮ ਸਿੰਘ ਸ਼ਹੀਦ ਹੋ ਰਿਹਾ ਹੈ, ਭਾਈ ਜੋਧ ਸਿੰਘ, ਸ਼ੀਆਂ ਸਿੰਘ, ਮੀਆਂ ਸਿੰਘ, ਮੇਘ ਸਿੰਘ, ਬਲਾਕਾ ਸਿੰਘ, ਇਸ ਤਰ੍ਹਾਂ ਅਮਰ ਸਿੰਘ, ਬਘੇਲ ਸਿੰਘ, ਮਾਲੀ ਸਿੰਘ, ਗੁਰਬਖਸ਼ ਸਿੰਘ, ਸੰਗਤ ਸਿੰਘ, ਭੋਗ ਸਿੰਘ, ਇਹ ਸਾਰੇ ਦੇ ਸਾਰੇ ਤਕਰੀਬਨ 18 ਜਿਹੜੇ ਸਿੰਘ ਨੇ ਸ਼ਹਾਦਤ ਦਾ ਜਾਮ ਪੀ ਰਹੇ ਨੇ। ਬਾਬਾ ਤਾਰਾ ਸਿੰਘ ਦੀ ਵਾਰੀ ਆਉਂਦੀ ਹੈ, ਉਹ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਹੈ। ਇਹ ਫੌਜ ਜਿਹੜੀ ਹੈ ਇਹ ਸਾਧ ਸੰਗਤ ਜੀ ਵਾਪਸ ਚਲੀ ਜਾਂਦੀ ਹੈ, ਕਾਫੀ ਆਪਣਾ ਨੁਕਸਾਨ ਕਰਵਾ ਕੇ। ਇਹ ਨਹੀਂ ਕਿ ਨੁਕਸਾਨ ਘੱਟ ਹੋਇਆ, ਕਿਉਂਕਿ ਸਿੰਘ ਲੜਨ ਵਾਲੇ ਕਿਤੇ ਕਿੰਨੇ ਕੁ ਸਨ, ਹੈ ਤਾਂ 18-19 ਸਨ। ਇੱਧਰ 2200 ਘੋੜਸਵਾਰ ਉਧਰੋਂ ਆ ਰਿਹਾ ਹੈ, ਉਹਨਾਂ ਦੇ ਕੋਲੇ ਹਥਿਆਰ ਵੀ, ਇਹਨਾਂ ਕੋਲੇ ਤੇ ਕਿਰਪਾਨਾਂ ਤੇ ਟੱਪੇ ਗੰਡਾਸੇ ਤੇ ਇਹੀ ਆਦਿਕ ਚੀਜ਼ਾਂ ਸੀ ਨਾ। ਉਹ ਪੂਰੀ ਤਿਆਰੀ ਵਿੱਚ ਆ ਰਹੇ ਸਨ, ਰੈਕਲੇ ਲੈ ਕੇ ਆ ਰਹੇ ਸੀ, ਇਸੇ ਤਰ੍ਹਾਂ ਜਮੂਰੇ ਲੈ ਕੇ ਆ ਰਹੇ ਸੀ, ਹੋਰ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਹਥਿਆਰ ਜੰਗੀ ਜਿਹੜੇ ਵਰਤੇ ਜਾਂਦੇ ਉਹ ਲੈ ਕੇ ਆ ਰਹੇ ਸਨ। ਸ਼ਹਾਦਤ ਦਾ ਜਾਮ ਸਿੱਖ ਪੀ ਰਹੇ ਹੈ। ਜਦੋਂ ਇਹਨਾਂ ਦੀਆਂ ਇਉਂ ਕਹਿ ਲਓ ਕਿ ਸਾਰਿਆਂ ਦੇ ਸਰੀਰ ਸ਼ਹਾਦਤ ਦਾ ਜਾਮ ਪੀ ਗਏ, ਸਾਰੇ ਦੇ ਸਾਰੇ ਫੌਜ ਵਾਪਸ ਚਲੀ ਜਾਂਦੀ ਹੈ। ਇਹਨਾਂ ਦੇ ਸੰਸਕਾਰ ਕਰਨ ਲੱਗਦੇ। ਜਦੋਂ ਮੈਂ ਜਿਹੜੀ ਬੇਨਤੀ ਕਰਕੇ ਫਿਰ ਸਮਾਪਤੀ ਵਾਲੇ ਬੰਨੇ ਵੱਧ ਰਿਹਾ ਹੁਣ, ਜਦੋਂ ਮੈਂ ਬੇਨਤੀ ਕਰਾਂਗਾ ਕਿੰਨਾ ਜਜ਼ਬਾ ਸੀ ਸਿੱਖਾਂ ਦੇ ਅੰਦਰ। ਦੋ ਭਰਾ, ਉਹਨਾਂ ਦਾ ਪਿੰਡ ਕਰਵਾਠ ਹੈ। ਇਹ ਪ੍ਰਿੰਸੀਪਲ ਸਵਰਨ ਸਿੰਘ ਹੋਣਾ ਦੀ ਪੁਸਤਕ ਵਿੱਚੋਂ ਮੈਂ ਸਾਰਾ ਕੁਝ ਤੁਹਾਨੂੰ ਸੁਣਾਇਆ ਜੋ ਵੀ ਹੈ। ਤੇ ਇੱਕ ਸਿੱਖ ਇਤਿਹਾਸ ਪ੍ਰਿੰਸੀਪਲ ਗੰਡਾ ਸਿੰਘ ਜੀ ਤੇ ਤੇਜਾ ਸਿੰਘ ਜੀ, ਕੁਝ ਉਹਨਾਂ ਦਾ ਇਤਿਹਾਸ, ਕੁਝ ਗੁਰਮਤਿ ਪ੍ਰਕਾਸ਼ ਦੇ ਸਾਹਿਤ ਵਿੱਚੋਂ, ਕੁਝ ਚੋਣਵੀਆਂ ਸਿੱਖ ਸ਼ਖਸੀਅਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੀਆਂ ਨੇ, ਕੁਝ ਉਹਦੇ 'ਚ, ਕੁਝ ਹੋਰ ਕਿਤਾਬਾਂ ਸੀ ਜਿਹਦਾ ਮੈਂ ਸਾਰਾ ਕੁਝ ਅਭਿਆਸ ਕਰਕੇ ਉਹਨਾਂ ਦੇ ਵਿੱਚੋਂ ਜੋ ਕੁਝ ਮੈਨੂੰ ਮਿਲਿਆ, ਜਿੰਨਾ ਮੈਂ ਉਹ ਸਾਰਾ ਰਲਾ ਕੇ ਉਹਦੇ ਵਿੱਚੋਂ ਮੈਂ ਸਾਰੀ ਗੱਲ ਕਹਿਣ ਜਾ ਰਿਹਾ। ਉਹ ਕਹਿੰਦੇ ਨੇ ਵੀ ਲਿਖਾਰੀ ਗਲਤੀ ਕਰਕੇ ਕੁਰਬਾਨ ਲਿਖ ਦਿੱਤਾ ਸਿੰਘਾਂ ਨੇ। ਇਹ ਪ੍ਰਿੰਸੀਪਲ ਸਾਹਿਬ ਹੋਣਾ ਬੜੀ ਖੋਜ ਕੀਤੀ, ਕਿਉਂਕਿ ਇੱਕ ਉਹ ਪਿੰਡ ਜਾ ਕੇ ਖੋਜ ਕੀਤੀ ਸਾਰੀ ਉਹਨਾਂ ਨੇ। ਮੇਰੇ ਇਲਾਕੇ ਦੇ 8 ਭਾਸ਼ਾ ਦੇ ਗਿਆਤਾ, ਅੱਜ ਤੋਂ 30 ਸਾਲ ਪਹਿਲਾਂ 20 ਲੱਖ ਰੁਪਈਆ ਉਹਨਾਂ ਦੀ ਲਾਇਬ੍ਰੇਰੀ ਦਾ ਮੁੱਲ ਪਿਆ ਸੀ। ਘਰ ਜਦੋਂ ਮੁੱਲ ਪਾਇਆ, ਪਰਿਵਾਰ 'ਚ ਜਦੋਂ ਵੰਡ ਹੋਣ ਲੱਗੀ ਨਾ, 20 ਲੱਖ ਰੁਪਈਆ ਅੱਜ ਤੋਂ 30 ਸਾਲ ਪਹਿਲਾਂ, ਅੱਜ ਦੇ ਹਿਸਾਬ ਨਾਲ ਤੁਸੀਂ ਕਹਿ ਲਓ ਕਰੋੜ ਬਣ ਜਾਂਦਾ। ਤੇ ਜਿੰਨੀਆਂ ਭਾਸ਼ਾਵਾਂ ਜਾਣਦੇ ਉਨੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਉਹਨਾਂ ਦੇ ਕੋਲ ਨੇ, ਹੁਣ ਵੀ ਲਿਖਦੇ ਪਏ ਨੇ। ਪਿੱਛੇ ਜੇ ਪੱਟੀ ਦਾ ਇਤਿਹਾਸ ਉਹਨਾਂ ਕੋਲ ਪੁਸਤਕ ਲਿਖੀ, ਭੂਰਿਆਂ ਵਾਲੇ ਰਾਜੇ ਕੀਤੀ ਉਹ ਪੁਸਤਕ ਲਿਖੀ, ਹੋਰ ਬਹੁਤ ਜ਼ਿਆਦੀਆਂ ਲਿਖੀਆਂ। ਮੈਂ ਬੇਨਤੀ ਕਰਨ ਲੱਗਿਆ, ਉਹ ਕਹਿੰਦੇ ਨੇ ਕਿ ਦੋ ਭਰਾ ਇਹ ਕਲਰ ਲੈਣ ਵਾਸਤੇ ਆਏ ਸਨ ਗੱਡੇ ਦੇ ਉੱਤੇ। ਜਦੋਂ ਇਹ ਕਲਰ ਲੈਣ ਵਾਸਤੇ ਆਏ ਤੇ ਗੱਡੇ ਤੇ ਵਾਪਸ ਜਾਣ ਲੱਗੇ, ਇਹਨਾਂ ਨੂੰ ਇਉਂ ਲੱਗਿਆ ਵੀ ਇੱਥੇ ਤੇ ਕੁਝ ਹੋ ਰਿਹਾ, ਕੁਝ ਵਾਪਰ ਰਿਹਾ ਬਾਹ ਪਿੰਡ ਵਿੱਚ। ਇਹਨਾਂ ਦੋਨਾਂ ਭਰਾਵਾਂ ਨੂੰ ਪਤਾ ਲੱਗਿਆ। ਇੱਕ ਭਰਾ ਦੂਜੇ ਨੂੰ ਕਹਿੰਦਾ ਤੂੰ ਗੱਡਾ ਲੈ ਕੇ ਪਿੰਡ ਚਲਿਆ ਜਾ। ਹੁਣ ਦੇਖੋ ਜਜ਼ਬਾ ਸਿੱਖਾਂ ਦੇ ਅੰਦਰ। ਉਹ ਕਹਿੰਦਾ ਤੂੰ ਗੱਡਾ ਲੈ ਕੇ ਪਿੰਡ ਚਲਿਆ ਜਾ, ਤੇ ਉਹ ਕਹਿੰਦਾ ਤੂੰ ਕੀ ਕਰਨਾ? ਕਹਿੰਦਾ ਮੈਂ ਸ਼ਹਾਦਤ ਦਾ ਜਾਮ ਪੀਣਾ। ਤੇ ਦੂਜਾ ਭਰਾ ਕਹਿੰਦਾ ਵੀ ਏਡੀ ਵੱਡੀ ਬਖਸ਼ਿਸ਼ ਦਾਤ ਤੂੰ ਇਕੱਲਾ ਪ੍ਰਾਪਤ ਕਰ ਲੈ, ਉਹ ਤਾਂ ਮੈਂ ਵੀ ਦਾਤ ਪ੍ਰਾਪਤ ਕਰਨੀ, ਸ਼ਹਾਦਤ ਦਾ ਜਾਮ ਮੈਂ ਵੀ ਪੀਵਾਂਗਾ। ਦੋਨਾਂ ਭਰਾਵਾਂ ਨੇ ਗੱਡਾ ਵਾਪਸ ਤੋਰ ਦਿੱਤਾ। ਆਪ ਦੋਨੋਂ ਭਰਾ ਸ਼ਹੀਦ ਹੋਣ ਲਈ ਉਸ ਬਾਬਾ ਤਾਰਾ ਸਿੰਘ ਦੇ ਨਾਲ ਸ਼ਹਾਦਤ ਦਾ ਜਾਮ ਪੀ ਰਹੇ ਨੇ। ਵੀ ਵੇਖੋ, ਆਏ ਆਪਣੇ ਕਿਸੇ ਕੰਮ ਸੀ, ਆਏ ਕਿਸੇ ਹੋਰ ਕੰਮ ਸੀ, ਪਰ ਵੇਖ ਕੇ ਵੀ ਇੱਥੇ ਲੜਾਈ ਹੋ ਰਹੀ ਹੈ, ਸਿੱਖ ਜੂਝ ਰਹੇ ਨੇ, ਗੁਰਮੁਖੋ ਸ਼ਹਾਦਤ ਦਾ ਜਾਮ। ਇਹਦਾ ਮਤਲਬ ਇੰਨਾ ਜਜ਼ਬਾ ਸੀ ਉਸ ਵੇਲੇ ਸਿੱਖਾਂ ਦੇ ਅੰਦਰ, ਕਿਉਂਕਿ ਉਸ ਵੇਲੇ ਤੇ ਕੌਮ ਦੀ ਉਹ ਕਹਿ ਲਓ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੇ ਬਾਅਦ ਜੋ ਰੰਗ ਲਿਆਂਦੇ ਕੌਮ ਦੇ ਅੰਦਰ, ਉਹ ਸਾਨੂੰ ਸਭ ਨੂੰ ਪਤਾ। ਤੇ ਬਾਬਾ ਤਾਰਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਤੁਸੀਂ ਕਹਿ ਲਓ ਕਿ ਸਰਬੱਤ ਖਾਲਸਾ ਸੰਨ 1733 ਚ ਹੁੰਦਾ। ਇਹ ਉਹ ਦਿਨ ਹੈ ਜਦੋਂ ਜ਼ਕਰੀਆ ਖਾਂ ਵਰਗੇ ਨੂੰ ਵੀ ਝੁਕਣਾ ਪੈ ਗਿਆ, ਭਾਵੇਂ ਕਿ ਉਹਦੀ ਰਾਜਨੀਤੀ ਵੀ ਉਹਦੇ 'ਚ ਹੋ ਸਕਦੀ ਹੈ। ਉਹਨੇ ਕਿਹਾ ਕੁਝ ਸਮਾਂ ਟਾਲਣ ਲਈ। ਮੈਂ ਬੇਨਤੀ ਕਰਾਂ ਕਿ ਇਹ ਸ਼ਹਾਦਤ ਐਵੇਂ ਨਹੀਂ ਗਈ ਇਹਨਾਂ ਸਿੱਖਾਂ ਦੀ। ਤੁਸੀਂ ਕਹਿ ਲਓ ਸੰਨ 1733 ਵਿੱਚ ਸਰਬੱਤ ਖਾਲਸਾ ਹੁੰਦਾ, ਤੇ ਉਸ ਵੇਲੇ ਜਿਹੜੀ ਨਵਾਬੀ ਭੇਜੀ ਜਾਂਦੀ ਹੈ ਵੀ ਸਿੱਖਾਂ ਨੂੰ ਕਹੋ ਤੁਸੀਂ ਨਵਾਬ ਜੀ, ਕੁਝ ਇਲਾਕੇ ਦੇ ਜਿਹੜਾ ਪਰਗਣਾ ਦਿੱਤਾ ਜਾਂਦਾ ਹੈ ਉਹ ਲੈ ਕੇ ਆਉਂਦੇ। ਜਿਹੜੀ ਸ਼ਵੇਗ ਸਿੰਘ ਬਾਅਦ ਵਿੱਚ
उन्होंने यूँ कह लो कि ਜਦੋਂ उस गल ते कहा भी कौन इनू नवाबी किहदे कोले, दरबारा सिंह ने कहा मैं नहीं। फिर नवाब कपूर सिंह उन्होंने नवाबी दी गई। फिर ਜਿਹੜੇ ਬੰਦੇ ਉਸ ਵੇਲੇ ਸਨ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਸਰਬੱਤ ਖਾਲਸਾ ਫਿਰ ਉੱਥੇ ਫੈਸਲੇ ਹੋਏ ਵੀ ਇਦਾਂ ਗੱਲ ਨਹੀਂ ਬਣਨੀ, ਸਰਕਾਰ ਦੇ ਨਾਲ ਟੱਕਰ ਲੈਣੀ ਪੈਗੀ। ਜਿੱਥੇ ਜਿੱਥੇ ਸਾਨੂੰ ਸਰਕਾਰ ਦਾ ਇਉਂ ਕਹਿ ਲਓ ਕਿ ਮਾਲ ਹੈ ਜਾਂ ਉਹਨਾਂ ਦੇ ਹਥਿਆਰ ਨੇ ਉਹਨਾਂ ਤੇ ਹਮਲਾ ਵੀ ਕਰਨਾ ਚਾਹੀਦਾ। ਇਹ ਉੱਤੇ ਸਾਰਾ ਕੁਝ ਹੋਇਆ। ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖੋ, ਬਾਬਾ ਤਾਰਾ ਸਿੰਘ ਦੀ ਸ਼ਹਾਦਤ ਜਿਹੜੀ ਹੈ ਉਹਨੇ ਇਹੋ ਜਿਹਾ ਕੌਮ ਦੇ ਅੰਦਰ ਜਜ਼ਬਾ ਪੈਦਾ ਕਰਤਾ। ਸਿੱਖ ਲੜਨ ਮਰਨ ਲਈ ਤੱਤ ਭਰ ਰਹਿੰਦੇ ਸਨ, ਕਿਉਂਕਿ ਬਾਬਾ ਤਾਰਾ ਸਿੰਘ ਦੀ ਸ਼ਹਾਦਤ ਜਿਹੜੀ ਹੈ ਉਹ ਇਹ ਕਹਿ ਵੀ ਗੱਲ ਆਣ ਪਈ, ਉਹਨੂੰ ਲੜਾਈ ਲੜਨੀ ਪਈ, ਕਿਉਂਕਿ ਗੱਲ ਤਾਂ ਕੋਈ ਨਹੀਂ ਸੀ ਹੈ। ਤੇ ਜੇ ਸਮਝੀਏ ਬਹੁਤ ਵੱਡੀ ਸੀ ਵੀ ਸਿੱਖਾਂ ਦੇ ਕੇਸਾਂ ਬਾਰੇ ਇਹੋ ਜਿਹੇ ਭੱਦੇ ਸ਼ਬਦ ਵਰਤਨੇ ਸਿੱਖ ਕਦੀ ਜਰ ਨਹੀਂ ਸਕਦਾ। ਅੱਜ 2 ਮਿੰਟ ਲਾਉਂਦੇ ਲਾ ਕੇ ਆਪਾਂ ਪਰਾਂ ਸੁੱਟ ਕੇ ਆ ਜਾਂਦੇ ਹਾਂ, ਪਰ ਇਹ ਸ਼ਹਾਦਤ ਉਸ ਕੇਸਾਂ ਦੀ ਖਾਤਰ ਹੋਈ ਹੈ ਜਿਹੜੇ ਕੇਸਾਂ ਦੀ ਅਸੀਂ ਸੰਭਾਲ ਨਹੀਂ ਕਰ ਰਹੇ। ਗੁਰੂ ਕਿਰਪਾ ਕਰੇ। ਬਾਬਾ ਤਾਰਾ ਸਿੰਘ ਜੀ ਮਾਂ ਜਿਨ੍ਹਾਂ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਇਆ, ਮੈਂ ਉਹਨਾਂ ਦੇ ਸ਼ੁਰੂਆਤ ਤੋਂ ਲੈ ਕੇ ਉਹਨਾਂ ਦੇ ਨਗਰ ਕਿਵੇਂ ਵਸਿਆ, ਉਹਨਾਂ ਦਾ ਕਿਵੇਂ ਜੀਵਨ ਸੀ ਸਾਰਾ ਮੈਂ ਬਹੁਤ ਸੰਖੇਪ ਜਿਹਾ ਚੱਲ ਕੇ ਤੁਹਾਡੇ ਨਾਲ ਸਾਂਝ ਪਾਈ ਇਤਿਹਾਸ ਦੀ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਕੇ ਸੂਰਮਿਆਂ ਦਾ, ਯੋਧਿਆਂ ਦਾ ਇਤਿਹਾਸ ਸੁਣ ਕੇ ਆਪਣੇ ਅੰਦਰ ਅਸੀਂ ਸਾਧ ਸੰਗਤ ਜੀ ਉਹੋ ਜਿਹੀ ਗੁਰਸਿੱਖੀ ਪੈਦਾ ਕਰੀਏ। ਸਾਨੂੰ ਸਤਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ, ਚੜ੍ਹਦੀ ਕਲਾ ਵਾਲਾ ਜੀਵਨ ਸਤਿਗੁਰੂ ਜੀ ਬਖਸ਼ਿਸ਼ ਕਰਨ। ਬਹੁਤ ਬਹੁਤ ਧੰਨਵਾਦ ਆਪ ਸਾਰੀ ਸਾਧ ਸੰਗਤ ਦਾ, ਬੁੱਢਰ ਨਗਰ ਦੀ ਤੇ ਜਿਹੜੀ ਇਲਾਕੇ ਦੀ ਸੰਗਤ ਹੈ ਸਭ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜੋ ਹਰ ਸਾਲ ਸਤਿਗੁਰਾਂ ਦੇ ਚਰਨ ਪਰਸਦੇ ਹਨ। ਆਪ ਸੰਗਤ ਨੂੰ ਬੇਨਤੀ ਇਸੇ ਤਰ੍ਹਾਂ ਤੁਸੀਂ ਸਜੇ ਰਹਿਣਾ ਹੈ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਦੀਵਾਨ ਥੋੜਾ ਜਿਹਾ ਆਪਾਂ ਲੰਮਾ ਚਲਾਵਾਂਗੇ ਤੇ ਉਹ ਇਸ ਕਰਕੇ ਕਿਉਂਕਿ ਆਪਣੇ ਕੋਲੇ ਕਮੇਸ਼ਰੀ ਜਥਾ ਪਹੁੰਚਿਆ ਹੈ, ਬਹੁਤ ਹੀ ਸਤਿਕਾਰਯੋਗ ਮੇਰੇ ਆਪਣੇ ਪਿਆਰੇ ਵੀਰ। ਲੰਮੇ ਸਮੇਂ ਤੋਂ ਅਸੀਂ ਇਕੱਠੇ ਵਿਚਰੇ ਹਾਂ ਗੁਰਮਤਿ ਪ੍ਰਚਾਰ ਦੇ ਵਿੱਚ। ਤਕਰੀਬਨ ਅਸੀਂ ਇਹੋ ਕਹਿ ਲਓ 25-30 ਸਾਲਾਂ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ, ਛੋਟੇ ਛੋਟੇ ਹੁੰਦਿਆਂ ਦੇ। ਇਸ ਕਰਕੇ ਮੇਰੇ ਵੀਰ ਨਰਲੇਪ ਸਿੰਘ ਜੀ, ਦਿਲਬਾਗ ਸਿੰਘ ਜੀ ਸਭਰਾ ਤੇ ਵੀਰ ਆਪਣਾ ਬਲਕਾਰ ਸਿੰਘ ਜੀ, ਸੋ ਇਹਨਾਂ ਦੇ ਜਿਹੜੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਜੀ, ਭਾਈ ਨਿਰਮਲ ਸਿੰਘ ਜੀ ਚੋਲਾ, ਉਸ ਵੇਲੇ ਜਿਨ੍ਹਾਂ ਨੇ ਮੈਂ ਉਹਨਾਂ ਨੂੰ ਸਾਹਮਣੇ ਬਹਿ ਕੇ ਸੁਣਿਆ ਤੇ ਉਸ ਵੇਲੇ ਉਹ ਪੰਜਾਬ ਦੀ ਕੋਇਲ ਦੇ ਤੌਰ ਤੇ ਜਾਣੇ ਜਾਂਦੇ ਸਨ। ਬਾਅਦ ਵਿੱਚ ਉਹਨਾਂ ਨੂੰ ਸ਼ਹੀਦ ਕਰਤਾ ਗਿਆ, ਕਿਉਂਕਿ ਉਸ ਵੇਲੇ ਉਹ ਜਿਹੜੀਆਂ ਤੁਹਾਨੂੰ ਪਤਾ ਹਾਲਾਤ ਜਿਹੋ ਜਿਹੇ ਸਨ। ਸੋ ਉਹਨਾਂ ਦੇ ਭਚੰਗੀ ਨੇ ਭਾਈ ਬਲਕਾਰ ਸਿੰਘ ਜੀ, ਇਹ ਤਿੰਨੋਂ ਵੀਰ ਆਏ ਨੇ ਤੁਹਾਡੇ ਨਾਲ। ਉਹਨਾਂ ਨੇ ਇਤਿਹਾਸ ਦੀ ਜੋ ਵੀ ਇਹਨਾਂ ਦਾ ਮਾਣ ਕਰੇਗਾ ਉਹ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਣਗੇ। ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ ਆਪਾਂ ਉਹਨਾਂ ਦਾ ਮਾਣ ਤਾਣ ਵੀ ਕਰਨਾ, ਇਤਿਹਾਸ ਵੀ ਸੁਣਨਾ ਹੈ। ਆਪ ਸਾਰੀ ਸੰਗਤ ਦਾ ਮੈਂ ਹਾਰਦਿਕ ਤੌਰ ਤੇ ਇੱਕ ਵਾਰ ਫਿਰ ਧੰਨਵਾਦ ਕਰਦਾ। ਭੁੱਲ ਚੁੱਕ ਦੀ ਖਿਮਾ ਦਿੰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।